ਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਬਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਜ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ। ਏਕ ਓੰਕਾਰਾ ਸਤਿਗੁਰੂ तेहे प्रसाद सच होए
ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ सोए। कहा बुद्ध प्रभ तुच्छ हमारी, बरन सका महिमा जो तिहारी। हम न सकत कर सिफत तुम्हारी, आप ले हो तुम कथा सुधारी। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। सब ते वड्डा सतगुर नानक, जिन कल राखी मेरी। सतनाम श्री वाहिगुरु साहिब जी। कबित कऊ कब उपमा सुदेत पार जात पग। कऊ कहे गुरु पग कमल अमल है। जो पर जात न चितन गत दान नाही। अमल कमल रण विखे मुख मिल है। वह तो सहचेत दिल कामना भगत निज। बस रव रजनी मिक एक से सतुल है। लखे पद आदर न पार जात कमल को। ताते पग पग पार जात न कमल है। कऊ कब उपमा सुदेत पार जात पग। कऊ कहे गुरु पग कमल अमल है। वाहिगुरू जी का खालसा, वाहिगुरू जी की फतेह। पतित पावन भगत वत्सल, कृपा देख जाने जोत रूप। चगर छतर तखत दे मालक, प्रतख सतगुरु। तन तन सतगुरु साहिब श्री गुरु ग्रंथ साहिब जी महाराज जी दी पावन पवित्र हजूरी विखे मिल जुड़ बैठी गुरु रूप गुरु खालसा साध संगत जी। आप सारे वਡਭਾਗੀ हो जिन्हां ने सतगुਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਜੋ ਸੰਧਿਆ ਸਮੇਂ ਦਾ ਨਿਤਨੇਮ ਹੈ ਸੋ ਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ आप जी ने सरवण करके लाहा प्राप्त किया है। सो कल विशेष करके जिथे पंथ ने मनाया है जो अमर शहीद बाबा दीप सिंह साहब जी का जो जन्म दिहाड़ा है वो कल मनाना किया। सो वो ऐसे ब्रह्म ज्ञानी महापुरख सी जिन्हां ने बहुत ही सेवा पंथ लिए की है। छोटी उम्र तो बालक उम्र तो उन्होंने भाई भगता जी और बीबी जियोनी जी के घर विखे उन्होंने जन्म लिया सी जो पहला तो ही गुरसिख परिवार सी। बालक उम्र तो छोटी उम्र तो उन्होंने सत्कारयोग पिता जी ने बालक उम्र में ही उन्होंने हिरदे में जो सिक्खी सिदक सी जो सिक्खी का प्रेम है वो उन्होंने बालक उम्र तो भी हिरदे में पा दिता सी। सो थोड़ा समा बाद जो थोड़े बड़े होए उन्होंने इच्छा सी जो खंडे बाटे का अमृत है वो छकना है। तो फिर परिवार ने जा करके श्री गुरु गोबिंद सिंह साहब जी महाराज की हजूरी विखे ਜਦੋਂ श्री गुरु गोबिंद सिंह साहब जी महाराज आप पंजा प्यारां विच शामिल सी वो फिर खंडे बाटे का अमृत सारे परिवार ने छकिया सी। ते फिर कुछ समा बाद जदों श्री गुरु गोबिंद सिंह साहब जी महाराज जी ने जो तख्त श्री दमदमा साहब की धरती विखे जदों 48 ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧ ਅਰਥ ਗੁਰਬਾਣੀ ਦੀ ਸ਼ੁੱਧ ਉਚਾਰਨ ਜੋ ਪੜਾਉਣਾ ਕੀਤੀ ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਉੱਥੇ ਸ਼ਾਮਲ ਸੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਰੂਪ ਦੀ ਲਿਖਣਾ ਕੀਤੀ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੋ ਕਾਗਜ਼ ਅਤੇ ਕਲਮਾਂ ਦੀ ਸੇਵਾ ਸੀ ਉਹ ਨਿਭਾਉਣਾ ਕੀਤੀ। ਸੋ ਸਤਿਗੁਰਾਂ ਦੀ ਬਹੁਤੀ ਕਿਰਪਾ ਸੀ। ਜਦੋਂ ਜਦੋਂ ਸੰਪੂਰਨ ਹੋਈ ਅਰਥ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਹੋਈ ਉਦੋਂ ਫਿਰ ਜਿਹੜੇ 48 ਸਿੰਘ ਸੀ ਉਹ ਵਿਦੇ ਮੁਕਤ ਹੋ ਗਏ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜੋ ਵਰ ਦਿੱਤਾ ਵੀ ਭਾਈ ਮਨੀ ਸਿੰਘ ਭਾਈ ਦੀਪ ਸਿੰਘ ਤੁਹਾਡਾ ਬੰਦ ਕੱਟਿਆ ਜਾਵੇ ਸੀਸ ਸਰੀਰ ਤੋਂ ਵੱਖਰਾ ਹੋ ਜਾਵੇ ਪਰ ਜਿਹੜਾ ਇਹ ਆਨੰਦ ਹੈ ਜਿਹੜੀ ਸਿੱਖੀ ਦਾ ਸਿਦਕ ਪ੍ਰੇਮ ਹੈ ਉਹ ਤੁਹਾਤੋਂ ਨਹੀਂ ਵੱਖਰਾ ਹੋਊਗਾ। ਸੋ ਇਹ ਬਚਨ ਪ੍ਰਾਪਤ ਕਰਦਿਆਂ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੋ ਹਜੂਰ ਸਾਹਿਬ ਦੀ ਧਰਤੀ ਵਿਖੇ ਉੱਥੇ ਫਿਰ ਜਾਣਾ ਕੀਤਾ ਤੇ ਫਿਰ ਉੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭੇਜਣਾ ਕੀਤਾ ਵੀ ਤੂੰ ਜਾ ਕਰਕੇ ਉੱਥੇ
जो गुरबाणी का प्रचार है, जो प्रसार है, गुरबाणी का शुद्ध उच्चारण, जो गुरमत विद्या है, गुरु की मर्यादा जो है उत्थे जाके तू पढ़ाना कर। तो उत्थे फिर जो गुरु गोबिंद सिंह साहब जी महाराज की जो चली हुई दमदमी टकसाल है वो उदों फिर पहला मुखी बने सन बाबा दीप सिंह साहब जी। तो फिर बाद में जदों पंथ की सेवा की लोड़ पई सी, जदों जो अबदाली की फौज ने सचखंड श्री हरमंदर साहब विखे हल्ला बोल दिता, चढ़ के आई सी, उदों फिर बाबा दीप सिंह साहब जी जो 500 सिंह लै करके जदों हरिपतन तरन तारण साहब विखे पहुंचे उदों फिर 5000 सिंह हो गए सी। उत्थे फिर जदों सतगुਰਾਂ ਦੇ हुक्म अनुसार जदों बाबा दीप सिंह साहब जी का जदों शरीर तो सीस वखरा हो गया सी, उदों दे उस समय दे जो मीत जथेदार सी वो भाई नत्था सिंह जी सी। उन्होंने बाबा जी को कहा भी बाबा जी तुसी दमदमा साहिब तो तुसी प्रण किया है कि जो साडा सीस है, जो सीस है, जो सचखंड श्री हरमंदर साहब आजाद करवा के फिर सतगुरु श्री गुरु रामदास साहब जी महाराज जी के चरणों कमलों में भेंट करना है। सो बाबा दीप सिंह साहब जी ने इस तरह सुनना किया, खब्बे हाथ विच जो आपदा सीस है धली ते रख दिता अते सज्जे हाथ विच खंडा फड़ लिया ते जूझदे होए वैरी नूं पाड़ पाड़ सिटदे होए जंग करते होए सचखंड श्री हरमंदर साहब नूं आजाद करवाया अबदाली दे जालम फौज तो। अते फिर सतगुरु श्री गुरु रामदास साहब जी महाराज जी दे चरणा कमलों विच जो आपदा सीस सी वो भेंट कीता। सो बाबा दीप सिंह साहब जी ने बहुत सेवा की है पंथ की, जिथे उन्हों का रोजाना नितनेम सी 100 जपजी साहब के पाठ, 5 ग्रंथी का नितनेम, 10 ग्रंथी का नितनेम। उन्होंने वो पूरे संत सिपाही के स्वरूप सी बाबा दीप सिंह साहब जी महाराज, बाबा दीप सिंह साहब जी बहुत ही कृपा सी उन्होंने जिन्होंने आप प्रतख जो तो प्रेम खेलन का चाओ, सिर तर धली गली मेरी आओ, इतमार्ग पैर तरीजै सिर दीजै कान ना कीजै, प्रतख विखा के वो बचन कमाना कीते सी। साध संगत जी जो गुरु तारन तो बिना प्रेम नहीं हुंदा है ते प्रेम तो बिना गुरु की कृपा नहीं हुंदी। सो गुरु तारन करके ताही गुरु की कृपा होंदी है। साध संगत जी बाबा दीप सिंह साहब जी महाराज ने गुरु तारन किया हुआ सी, ताही करके इन्नी कृपा बख्शिश सी श्री गुरु गोबिंद सिंह साहब जी महाराज जी दी। सो ऐसे ब्रह्मज्ञानी महापुरख जो सूरबीर योधे उन्होंने दे जन्म दिहाड़े नूं सारी संगत नूं लख लख विदाई होवे, सतगुर कृपा करन। इस ही तरह ऐसे सूरबीर योधे ब्रह्मज्ञानी महापुरख संसार में भेजते रहन खालसे पंथ के भले वास्ते, जो सेवा वास्ते। सो खालसे पंथ की चढ़ती कला होवे। सो रहो विचार पिछले हफ्ते असी जो श्री गुरु नानक प्रकाश ग्रंथ है दूसरा प्रसंग सरवण किया सी, जो श्री गुरु नानक साहब महाराज का सुंदर इतिहास है। पिछले समय इस तरह सरवण किया सी, श्री गुरु अंगद देव साहब जी महाराज चौंकड़े विच सजे हुए हैं ਅਤੇ ਆਪਦੇ ਹਿਰਦੇ ਵਿੱਚ ਉਸ ਵੇਲੇ ਇਸ ਤਰ੍ਹਾਂ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋਈ ਕਿ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਉਹ ਪ੍ਰਗਟ ਕਰੀਏ ਆਉਣ ਵਾਲੇ ਸਿੱਖਾਂ ਗੁਰਸਿੱਖਾਂ ਦੇ ਭਲੇ ਵਾਸਤੇ। ਸੋ ਉਧਰੋਂ ਭਾਈ ਬਾਲਾ ਜੋ ਰਾਏਪੁਰ ਦੀ ਤਲਵੰਡੀ ਤੋਂ ਆਪਦੇ ਸੱਜਣਾਂ ਨਾਲ ਬੈਠਾ ਵਿਚਾਰ ਕਰਦਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਸੱਚਖੰਡ ਨੂੰ ਚਲਾਣਾ ਕਰ ਗਏ ਤੇ ਆਪਦੇ ਥਾਂ ਤੇ ਕਿਹਨਾਂ ਨੂੰ ਬਿਠਾ ਗਏ। ਉਹ ਇੱਛਾ ਨੂੰ ਲੈ ਕਰਕੇ श्री गुरु अंगद देव साहब जी महाराज जी की हजूरी में उन्हें आना किया और दर्शन किए श्री गुरु अंगद देव साहब जी महाराज जी ने श्री गुरु अंगद देव साहब जी महाराज जी ने फिर भाई बाले नूं हुक्म किया कि भाई बालिया तू जिहड़ा सतगुरु श्री गुरु नानक साहब महाराज जी का इतिहास है वो प्रकाश तो लैकर के तू सुनाना कर। तो भाई बाला जी कहन लग्या भी महाराज श्री गुरु नानक साहब महाराज जी ते मेरी जिहड़ी उम्र है 3 सालों का फर्क है ते जिहड़ा वो प्रकाश की कथा है वो मैं अनजाना वो ते। फिर इस तरह भजन करते करते इस तरह हुक्म किया श्री गुरु अंगद देव साहब जी महाराज जी ने। भाई बाले ने दसना किया कि एक ब्राह्मण ने जो जन्म पत्री है वड्डे सतगुਰਾਂ ਦੀ ਉਹ लिखना कीते ते ਉਹ रायपुर ਦੀ तलवंडी विखे ਉੱਥੇ पई होगी। तो फिर श्री गुरु अंगद देव साहब जी महाराज जी ने हुक्म किया भाई बाले ਨੂੰ भी तू जा रायपुर की तलवंडी विखे जा करके जो श्री गुरु नानक साहब महाराज जी के सत्कार जो चाचा जी हैं उन्होंने जाके मिलना कर ते वो जिहड़ी जन्म पत्री है वो निभाना कर तू जा करके। भाई बाला जी ने बेनती की महाराज जी कोई सिख नाल भेजो। फिर श्री गुरु अंगद देव साहब जी महाराज जी ने जो लालापन सिख वो सद करके उन्होंने भेजना किया भाई बाला जी के नाल। फिर जाते जाते भाई लालू जी ने मिलना किया। वो फिर श्री गुरु नानक साहब महाराज के सत्कार जो पिता जी के घर जा करके उत्थे फिर वो जी जन्म पत्री है वो लभना की। कहते 5 दिन लग गए सी, 5वें दिन ते वो जन्म पत्री प्राप्त हुई। फिर वो भाई लालापन सिख ने अते भाई बाला जी दोवें आकर के श्री गुरु अंगद देव साहब जी महाराज की हजूरी विच वो फिर जन्म पत्री सतगुਰਾਂ ਨੂੰ फड़ा दी।
ਸਤਿਗੁਰੂ ਜੀ ਬਹੁਤੇ ਖੁਸ਼ੀ ਹੋਏ, ਬਹੁਤੇ ਖੁਸ਼ ਹੋਏ। ਪਰ ਜਦੋਂ ਖੋਲ ਕੇ ਦੇਖਣਾ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ, ਉਹ ਸੰਸਕ੍ਰਿਤ ਸਹਿਸਕ੍ਰਿਤ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ। ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਾਂ ਚਾਹੁੰਦੇ ਸੀ ਵੀ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਲਿਖਣਾ ਕਰੀਏ ਇਹ। ਸੋ ਉਸ ਸਮੇਂ ਦੇ ਸੰਗਤ ਵਿੱਚ ਬੈਠਾ ਹੋਇਆ ਸਿੱਖ ਜੋ ਮਹਿਮਾ ਖੈਰਾ ਸਿੱਖ ਸੀ, ਉਹਨੇ ਫਿਰ ਸਤਿਗੁਰਾਂ ਦੇ ਪਾਸ ਬਚਨ ਕੀਤਾ ਵੀ ਸਤਿਗੁਰੂ ਜੀ, ਸੁਲਤਾਨਪੁਰ ਲੋਧੀ ਵਿਖੇ ਇੱਕ ਪੈੜਾ ਮੁਖਾ ਸਿੱਖ ਹੈ ਜੋ ਦੋਵੇਂ ਅੱਖਰਾਂ ਨੂੰ ਜਾਣਦਾ, ਸੰਸਕ੍ਰਿਤ ਅੱਖਰਾਂ ਨੂੰ ਵੀ, ਗੁਰਮੁਖੀ ਅੱਖਰਾਂ ਨੂੰ ਵੀ। ਉਹਨੂੰ ਸਦਨਾ ਕਰਕੇ ਉਹ ਫਿਰ ਟਰਾਂਸਲੇਟ ਕਰਾ ਦੂਗਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਮਹਿਮਾ ਖੈਰਿਆ ਤੂੰ ਜਾ ਕਰਕੇ ਉਹਨੂੰ ਲਿਆ ਇੱਥੇ, ਤਾਂ ਕਿ ਜਿਹੜੀ ਸੇਵਾ ਹੈ ਇਹ ਕਰ ਸਕੀਏ। ਫਿਰ ਉਹ ਪੈੜਾ ਮੁਖਾ ਸਿੱਖ ਆ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੈੜਾ ਮੁਖਾ ਸਿੱਖ ਨੇ ਫਿਰ ਟਰਾਂਸਲੇਟ ਕਰਨ ਦੀ ਸੇਵਾ ਉਹ ਕੀਤੀ ਹੈ। ਸੋ ਹੁਣ ਭਾਈ ਬਾਲਾ ਜੀ ਅਤੇ ਜਿਹੜਾ ਪੈੜਾ ਮੁਖਾ ਸਿੱਖ ਸੀ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਨਮੁਖ ਬੈਠ ਕਰਕੇ ਭਾਈ ਬਾਲਾ ਜੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਉਹ ਸੁਣਾਉਣ ਲੱਗੇ ਹਨ। ਅਤੇ ਜਿਹੜਾ ਪੈੜਾ ਮੁਖਾ ਸਿੱਖ ਹੈ ਉਹ ਜਨਮ ਪੱਤਰੀ ਟਰਾਂਸਲੇਟ ਕਰ ਰਿਹਾ ਹੈ। ਅਤੇ ਉਹ ਸੰਗਤ ਵਿੱਚ ਪ੍ਰੇਮੀ ਸੇਵਕ ਆ ਕਰਕੇ ਰੋਜ਼ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੁੰਦਰ ਇਤਿਹਾਸ ਹੈ ਉਹ ਆਣ ਕਰਕੇ ਉਹ ਸਰਵਣ ਕਰਦੇ ਸੀ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨੀ ਮਹਾਂਪੁਰਖ, ਉਹ ਵੀ ਆਣ ਕਰਕੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁੰਦਰ ਕਥਾ ਸਰਵਣ ਕਰ ਰਹੇ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਬਾਅਦ ਵਿੱਚ ਗੁਰਤਾ ਗੱਦੀ ਦੀ ਤਖਤ ਪ੍ਰਾਪਤ ਕਰਦੇ ਹਨ, ਉਹ ਵੀ ਬੈਠ ਕਰਕੇ ਸਰੋਤੇ ਬਣ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਸਰਵਣ ਕਰ ਰਹੇ ਸੀ। ਅਤੇ ਹੋਰ ਅਨੇਕ ਪ੍ਰੇਮੀ ਸੇਵਕ ਭਾਈ ਜੀਵਾ ਸਿੰਘ ਜੀ, ਭਾਈ ਜੀਵਾ ਜੀ ਵਰਗੇ ਬੈਠ ਕਰਕੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਸਰਵਣ ਕੀਤਾ ਹੈ। ਸੋ ਹੁਣ ਅੱਜ ਸਤਿਗੁਰਾਂ ਦੀ ਕਿਰਪਾ ਨਾਲ ਤੀਸਰਾ ਪ੍ਰਸੰਗ ਸ਼ੁਰੂ ਕਰਨਾ ਹੈ, ਆਰੰਭ ਕਰਨਾ ਹੈ। ਸੋ ਸਤਿਗੁਰ ਕਿਰਪਾ ਕਰਨ, ਨਿਰਵਿਘਨਤਾ ਸਹਿਤ ਸਹੀ ਢੰਗ ਨਾਲ ਮਹਾਰਾਜ ਆਪ ਕਿਰਪਾ ਕਰਕੇ ਸਤਿਗੁਰਾਂ ਦਾ ਜਸ ਕਰਵਾ ਲੈਣ। ਸੋ ਸਾਰੀ ਹੁਣ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰੋ, ਪ੍ਰੇਮ ਸ਼ਬਦਾਂ ਨਾਲ ਜੋ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਹੈ ਉਹ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕਉ ਕਵ ਉਪਮਾ ਸੁਦੇਤ ਪਾਰ ਜਾਤ ਪਗ। ਸੋ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਨਮੁਖ ਬੈਠ ਕਰਕੇ ਭਾਈ ਬਾਲਾ ਜੀ ਤੇ ਪੈੜਾ ਮੁਖਾ ਸਿੱਖ ਹੁਣ ਸ੍ਰੀ ਭਾਈ ਬਾਲਾ ਜੀ ਹੁਣ ਕਥਾ ਸੁਣਾਉਣ ਲੱਗਿਆ ਹੈ। ਤੇ ਸ਼ੁਰੂ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਮੰਗਲ ਕਰਦੇ ਹਨ, ਮਹਿਮਾ ਕਰਦੇ ਹਨ। ਸੋ ਸ਼ੁਰੂ ਵਿੱਚ ਲਿਖਦੇ ਹਨ, ਕਉ ਕਵ ਉਪਮਾ ਸੁਦੇਤ ਪਾਰ ਜਾਤ ਪਗ। ਕਵੀ ਜੀ ਲਿਖਦੇ ਹਨ ਕਿ ਜਿਹੜੇ ਕਈ ਸਿਆਣੇ ਕਵੀ ਹਨ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨਾਂ ਕਮਲਾਂ ਦੀ ਇਸ ਪ੍ਰਕਾਰ ਉਪਮਾ ਕਰਦੇ ਹਨ, ਤੁਲਨਾ ਕਰਦੇ ਹਨ ਕਿ ਜੋ ਪਾਰ ਜਾਤ ਵਾਂਗ ਹਨ। ਪਾਰ ਜਾਤ ਉਹ ਹੈ, ਕਲਬ ਬਿਰਛ ਵੀ ਕਿਹਾ ਕਰਦੇ ਹਨ, ਉਹ ਪਾਰ ਜਾਤ ਉਹ ਹੈ। ਮੰਨਿਆ ਜਾਂਦਾ ਕਿ ਸਵਰਗਾਂ ਵਿੱਚ ਦੇਵਲੋਕ ਵਿੱਚ ਇੱਕ ਦਰਖਤ ਹੈ ਤੇ ਜੋ ਕੋਈ ਜਾ ਕਰਕੇ ਉਹਦੇ ਥੱਲੇ ਬੈਠ ਕਰਕੇ ਕੋਈ ਕਲਪਨਾ ਕਰੂ, ਮੰਗਣਾ ਕਰੂ, ਫੁਰਨਾ ਕਰੂ, ਉਹਦੇ ਥੱਲੇ ਬੈਠ ਕਰਕੇ ਉਹ ਪੂਰਾ ਹੋ ਜਾਂਦਾ ਹੈ। ਸੋ ਤਾਂ ਹੀ ਕਰਕੇ ਜਿਹੜੇ ਕਈ ਸਿਆਣੇ ਕਵੀ ਹਨ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਇਸ ਪ੍ਰਕਾਰ ਉਪਮਾ ਤੁਲਨਾ ਕਰਦੇ ਹਨ ਕਿ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ, ਜੇ ਉਹਨਾਂ ਤੇ ਧਿਆਨ ਕਰਕੇ ਜੋ ਕੋਈ ਫੁਰਨਾ ਕਰੂਗਾ ਉਹ ਵੀ ਪੂਰਾ ਹੋ ਜਾਂਦਾ ਹੈ। ਤਾਂ ਹੀ ਕਰਕੇ ਪਾਰਦਾਤ ਵਾਂਗ ਹਨ। ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਜਿਹੜੇ ਕਈ ਸਿਆਣੇ ਕਵੀ ਹਨ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਜਿਹੜਾ ਅਮਲ ਕਮਲ ਫੁੱਲ ਜਿਹੜਾ ਹੈ, ਮੈਲ ਤੋਂ ਰਹਿਤ ਜੋ ਕਮਲ ਫੁੱਲ ਹੈ, ਕਈ ਇਸ ਪ੍ਰਕਾਰ ਉਪਮਾ ਕਰਦੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਫੁੱਲ ਵਾਂਗ ਹਨ। ਜੋ ਪਾਰ ਜਾਤ ਨਾ ਚਿਤਨ ਗਤ ਦਨ ਨਾਹੀ। ਪਰ ਅਸਲ ਵਿੱਚ ਕਵੀ ਜੀ ਲਿਖਦੇ ਹਨ ਜਿਹੜਾ ਪਾਰ ਜਾਤ ਹੈ ਉਹ ਤਾਂ ਜੜ ਹੀ ਹੈ ਇੱਕ, ਤੇ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਚਰਨ ਕਮਲ ਹਨ ਉਹ ਚੇਤਨ ਸਰੂਪ ਹਨ, ਚੇਤਨਤਾ ਦੇ ਸਰੂਪ ਹਨ ਅਤੇ ਗਤ ਦਾਨ ਨਾਹੀ, ਮੁਕਤੀ ਵੀ ਦੇਣ ਵਾਲੇ ਹਨ। ਜਿਹੜਾ ਪਾਰ ਜਾਤ ਹੈ ਉਹ ਤਾਂ ਸਿਰਫ ਦਰਖਤੀ ਜੜ ਹੀ ਹੈ, ਉਹ ਨਾ ਕੋਈ ਚੇਤਨਤਾ ਦਾ ਸਰੂਪ ਹੈ, ਨਾ ਮੁਕਤੀ ਦੇ ਸਕਦਾ। ਉਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਵਿਸ਼ੇਸ਼ ਹਨ, ਵੱਡੇ ਹਨ, ਕਿਉਂ ਕਰਕੇ ਉਹ ਚੇਤਨਤਾ ਦੇ ਸਰੂਪ ਹਨ ਅਤੇ ਮੁਕਤੀ ਵੀ ਦੇਣ ਵਾਲੇ ਹਨ। ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ। ਤੇ ਬਾਕੀ ਜਿਹੜਾ ਕਮਲ ਫੁੱਲ ਹੈ ਉਹ ਜਿਹੜੇ ਉਹਦਾ ਮੁੱਖ ਹੈ, ਉਹਦੇ ਪੱਤੇ ਜਦੋਂ ਰਾਤ ਆ ਜਾਂਦੀ ਹੈ ਉਹਦਾ ਮੁੱਖ ਉਹ ਬੰਦ ਹੋ ਜਾਂਦਾ, ਪੱਤੇ ਇਕੱਠੇ ਹੋ ਕੇ ਫਿਰ ਮੁੱਖ ਉਹਦਾ ਬੰਦ ਹੋ ਜਾਂਦਾ। ਪਰ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ ਹਨ ਉਹ ਇੱਕ ਹੀ ਰੂਪ ਦਿਨ ਰਾਤ ਰਹਿੰਦੇ ਹਨ। ਵੈ ਤੋ ਸਹਿ ਚੇਤ ਦੇਤ ਕਾਮਨਾ ਭਗਤ ਨਿਜ। ਕਵੀ ਜੀ ਲਿਖਦੇ ਹਨ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਸਹਿ ਚੇਤਨਤਾ ਦੇ ਸਰੂਪ ਹਨ, ਚੇਤਨਤਾ ਦੇ ਸਹਿਤ ਹਨ ਅਤੇ ਜੋ ਭਗਤਾਂ ਦੇ ਆਪਦੇ ਭਗਤਾਂ ਸਿੱਖਾਂ ਦੇ ਮਨੋਕਾਮਨਾ ਉਹ ਪੂਰੀ ਕਰ ਸਕਦੇ ਨੇ। ਉਹੀ ਜਦੋਂ ਕੋਈ ਭਗਤ ਦਾਸ ਸਿੱਖ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਤੇ
ਤੇ ਧਿਆਨ ਧਰ ਕੇ ਜੋ ਮਨੋਕਾਮਨਾ ਲੈ ਕਰਕੇ ਧਿਆਨ ਧਰੂਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ, ਉਹ ਚੇਤਨਤਾ ਦੇ ਸਰੂਪ ਜੋ ਮਨ ਬੁੱਧ ਨੂੰ ਸੰਯੁਕਤ ਕਰਕੇ ਉਹ ਜਿਹੜੀ ਤਾਕਤ ਹੈ ਉਹਨਾਂ ਦੇ ਧਿਆਨ ਧਰ ਕੇ ਉਸੇ ਚਰਨਾਂ ਕਮਲਾਂ ਨਾਲ ਆ ਕਰਕੇ ਉਹ ਜਿਹੜਾ ਮਨੋਕਾਮਨਾ ਹੈ ਉਹ ਪੂਰੇ ਕਰਦੇ ਹਨ, ਸਹਾਇਤਾ ਦਿੰਦੇ ਹਨ। ਉਹ ਫਿਰ ਚੇਤਨਤਾ ਦੇ ਸਰੂਪ ਹਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ। बस रहो रजनी में एक से सतुल है। ਜਿਹੜਾ ਉਹ ਕਮਲ ਫੁੱਲ ਹੈ, ਜਿਸ ਤਰ੍ਹਾਂ ਕਿਹਾ ਗਿਆ ਹੈ, ਉਹ ਰਾਤ ਦੇ ਸਮੇਂ ਵਿੱਚ ਉਹਦਾ ਜਿਹੜਾ ਮੁੱਖ ਹੈ ਪੱਤੇ ਬੰਦ ਹੋ ਜਾਂਦੇ ਨੇ ਹਨ ਉਹਦੇ, ਤੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਇੱਕ ਹੀ ਰੂਪ ਰਹਿੰਦੇ ਹਨ ਸਵੇਰੇ ਰਾਤ। ਸਵੇਰੇ ਵੀ ਧਿਆਨ ਧਰ ਕੇ ਸਤਿਗੁਰਾਂ ਤੋਂ ਮੰਗਣਾ ਕਰੋ ਕੁਛ, ਉਹੀ ਚਰਨਾਂ ਕਮਲਾਂ ਨਾਲ ਆ ਕਰਕੇ ਉਹ ਪੂਰੇ ਕਰਦੇ ਹਨ। ਰਾਤ ਨੂੰ ਵੀ ਜੇ ਤੁਸੀਂ ਧਿਆਨ ਧਰ ਕੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ ਧਿਆਨ ਧਰ ਕੇ ਕੋਈ ਫੁਰਨਾ ਕਰੂ, ਉਹ ਰਾਤ ਨੂੰ ਵੀ ਪੂਰਾ ਹੋ ਜਾਂਦਾ ਹੈ। ਇੱਕ ਸਰੂਪ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ। लखे पद आदर न पार जात कमल को। ਸੋ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਹਨ ਵੀ ਇਸ ਤਰ੍ਹਾਂ ਸਮਝਦੇ ਹਨ, ਇਸ ਤਰ੍ਹਾਂ ਵਿਚਾਰ ਕਰਦੇ ਹਨ ਜਿਹੜੇ ਸਿਆਣੇ ਕਵੀ ਹਨ, ਇਸ ਪ੍ਰਕਾਰ ਸਤਿਗੁਰਾਂ ਦੀ ਉਪਮਾ ਕਰਦੇ ਹਨ। ਉਹ ਸਤਿਕਾਰ ਨਾਲ ਨਹੀਂ ਕਰਦੇ, ਕਿਉਂ ਕਰਕੇ ਜਿਹੜਾ ਅਪਾਰ ਜਾਤ ਹੈ ਉਹ ਤਾਂ ਇੱਕ ਜੜੀ ਹੈ, ਉਹ ਨਾ ਚੇਤਨਤਾ ਦਾ ਸਰੂਪ ਹੈ ਨਾ ਮੁਕਤੀ ਦੇ ਸਕਦੀ। ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਮੁਕਤੀ ਵੀ ਦੇ ਸਕਦੇ ਹਨ ਅਤੇ ਚੇਤਨਤਾ ਦੇ ਸਰੂਪ ਵੀ ਹਨ। ਆ ਕਰਕੇ ਉਹ ਜਿਹੜਾ ਮਨੋਕਾਮਨਾ ਤੁਹਾਡਾ ਹੈ ਉਹ ਪੂਰਾ ਵੀ ਕਰ ਸਕਦੇ ਹਨ। ਤੇ ਜਿਹੜਾ ਕਮਲ ਫੁੱਲ ਹੈ ਉਹ ਇੱਕ ਰਾਤ ਨੂੰ ਉਹ ਜਿਹੜਾ ਮੁੱਖ ਦਾ ਬੰਦ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਵੇਰੇ ਵੀ ਤੁਸੀਂ ਧਿਆਨ ਧਰ ਕੇ ਜੋ ਫੁਰਨਾ ਪੂਰਾ ਹੋ ਸਕਦਾ, ਰਾਤ ਨੂੰ ਵੀ ਇੱਕ ਸਰੂਪ ਰਹਿੰਦੇ ਹਨ ਤੇ ਸੁੰਦਰ ਸਰੂਪ ਹਨ। ਤਾਤੇ ਪਗ ਪਗ ਪਾਰ ਜਾਤ ਨਾ ਕਮਲ ਹੈ। ਤਾਂ ਹੀ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਚਰਨ ਕਮਲ ਹੀ ਹਨ, ਕੋਈ ਬਰਾਬਰਤਾ ਨਹੀਂ ਹੋ ਸਕਦੀ। ਪਾਰਦਾਤ ਦੀ ਵੀ ਨਹੀਂ ਬਰਾਬਰਤਾ ਹੋ ਸਕਦੀ, ਨਾ ਕਮਲ ਫੁੱਲ ਦੀ ਹੋ ਸਕਦੀ ਹੈ। if there's nothing in the world to compare on the level of Sri Guru Nanak Dev Sahib Ji Maharaj's feet, then Sri Guru Nanak Sahib Maharaj's feet are the biggest. There's nothing in the world that is comparable to them, so they can't be compared. So ਹਾਂਜੀ ਚੌਪਈ ਕਰ ਤੁੰਬੀ ਕਟ ਆਨ ਕੀਨ ਉਪੀਨਾ। ਸੋ ਹੁਣ ਭਾਈ ਬਾਲਾ ਜੀ ਜੋ ਕਵੀ ਭਾਈ ਸੰਤੋਖ ਸਿੰਘ ਜੀ ਜੋ ਭਾਈ ਬਾਲਾ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਹੋਏ ਹਨ ਉਹਦੇ ਸੁੰਦਰ ਸਰੂਪ ਬਾਰੇ ਥੋੜਾ ਜਿਹਾ ਦੱਸਣਾ ਕਰਦੇ ਹਨ। ਸੋ ਕਰ ਤੁੰਬੀ ਕਟ ਕੀਨ ਕੁਪੀਨਾ। ਸੋ ਭਾਈ ਬਾਲਾ ਜੀ ਜਿਸ ਤਰ੍ਹਾਂ ਪਿਛਲੇ ਪੁਰਾਣੇ ਸਮੇਂ ਵਿੱਚ ਜੋ ਸਾਧੂ ਲੋਕ ਸੀ ਉਹ ਆਪਦੇ ਹੱਥ ਵਿੱਚ ਜੋ ਤੁੰਬਾ ਗੜਬਾ ਕਹਿ ਲਓ ਉਹ ਹੱਥ ਵਿੱਚ ਰੱਖਿਆ ਕਰਦੇ ਸੀ। ਸੋ ਹੁਣ ਦੇ ਸਮੇਂ ਤੇ ਥਾਂ ਥਾਂ ਤਾਂ ਜਲ ਪਾਣੀ ਦਾ ਪ੍ਰਬੰਧ ਹੁੰਦਾ ਹੀ ਹੈ, ਪਰ ਪੁਰਾਣੇ ਸਮੇਂ ਵਿੱਚ ਗੜਬਾ ਰੱਖਦੇ ਹੁੰਦੇ ਸੀ ਜਲ ਭਰ ਕਰਕੇ। ਅਤੇ ਕੀਨ ਕੋ ਪੀਣਾ ਅਤੇ ਭਾਈ ਬਾਲੇ ਦੇ ਲੱਕ ਉੱਤੇ ਲੰਗੋਟੀ ਬਣੀ ਹੋਈ ਹੈ। ਤਨ ਉੱਪਰ ਕਮਰੀ ਸਤਲੀਨਾ। ਅਤੇ ਉਹ ਜੋ ਆਪਦੇ ਸਰੀਰ ਤੇ ਭਾਈ ਬਾਲਾ ਜੀ ਨੇ ਇੱਕ ਚਿੱਟੀ ਕੰਬਲੀ ਪਹਿਨੀ ਹੋਈ ਹੈ, ਸਰੀਰ ਉੱਤੇ ਲਈ ਹੋਈ ਹੈ। ਉੱਚੀ ਕੁਲਹ ਸੀਸ ਪਗ ਧਾਰੀ। ਤੇ ਉਹਨਾਂ ਦੇ ਸੀਸ ਉੱਤੇ ਜੋ ਦਸਤਾਰ ਵਾਂਗ ਇੱਕ ਟੋਪੀ ਹੈ, ਕੁਲਹਾ ਕਹਿੰਦੇ ਹਨ। ਜੋ ਫਕੀਰ ਲੋਕ ਬਣਦੇ ਹਨ ਪੁਰਾਣੇ ਸਮੇਂ ਵਿੱਚ, ਉਹ ਕੁਲਹਾ ਭਾਈ ਬਾਲੇ ਨੇ ਆਪਦੇ ਸੀਸ ਉੱਤੇ ਲਈ ਹੋਈ ਹੈ। ਸ਼ਮਸ ਸਵੇਤ ਦੀਰਘ ਇੱਕ ਸਾਰੀ। ਜਿਹੜਾ ਉਹਨਾਂ ਦਾ ਦਾੜਾ ਸੀ ਇੱਕੋ ਜਿਹਾ ਜੋ ਚਿੱਟਾ ਇੱਕੋ ਜਿਹਾ ਲੰਮਾ ਦਾੜਾ ਸੀ ਉਹਨਾਂ ਦਾ। ਔਰ ਮੈਂ ਗੁਰ ਗੁਰ ਨਾਨਕ ਧਿਆਨਾ। ਸੋ ਭਾਈ ਬਾਲਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਦੇ ਹਿਰਦੇ ਵਿੱਚ ਧਿਆਨ ਤਾਰਿਆ। ਬੰਦੇ ਪਦ ਅਰਬਿੰਦ ਵਿਧਾਨਾ। ਅਤੇ ਫਿਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲਾਂ ਉੱਤੇ ਜਾ ਕਰਕੇ ਮੱਥਾ ਟੇਕਣਾ ਕੀਤਾ। ਸੋ ਸੰਗਤ ਜੀ ਸਹੀ ਵਿਧੀ ਨਾਲ ਟੇਕਣਾ ਕੀਤਾ। ਸੋ ਸੰਗਤ ਜੀ ਮੱਥਾ ਟੇਕਣ ਦਾ ਵੀ ਇੱਕ ਸਹੀ ਢੰਗ ਹੁੰਦਾ ਹੈ। ਜਿਹੜੇ ਕਈ ਵੀਰ ਭੈਣ ਹਨ ਉਹ ਆ ਕਰਕੇ ਜੋ ਪੁੱਠੇ ਹੱਥ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕਰਦੇ ਨੇ, ਪੁੱਠੇ ਹੱਥ ਕਰਕੇ। ਪਰ ਅਸਲ ਜਿਹੜਾ ਸਹੀ ਢੰਗ ਹੈ ਸਤਿਕਾਰ ਨਾਲ, ਉਹ ਦੋਵੇਂ ਹੱਥ ਸਿੱਧੇ ਥੱਲੇ ਲਾ ਕਰਕੇ ਜੋ ਆਪਦਾ ਮੱਥਾ ਉਹ ਵੀ ਧਰਤੀ ਨੂੰ ਲਾਉਣਾ ਹੈ। ਇਹ ਭਾਵਨਾ ਨੂੰ ਲੈ ਕਰਕੇ ਵੀ ਜਿਹੜੇ ਮੇਰੇ ਹੱਥ ਹਨ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਰੱਖੇ ਹੋਏ ਹਨ ਅਤੇ ਜਿਹੜਾ ਸਾਡਾ ਮੱਥਾ ਹੈ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਮੱਥਾ ਟੇਕਦਾ ਹੈ। ਇਸੇ ਪ੍ਰਕਾਰ ਸਹੀ ਢੰਗ ਨਾਲ ਸਹੀ ਵਿਧੀ ਨਾਲ ਭਾਈ ਬਾਲਾ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਉੱਤੇ ਮੱਥਾ ਟੇਕਣਾ ਕੀਤਾ। ਬਾਲਾ ਵਰਣਨ ਕਰਨ ਲੱਗਾ ਬਰ। ਅਤੇ ਹੁਣ ਭਾਈ ਬਾਲਾ ਜੀ ਜੋ ਸਾਰੀ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜੋ ਕਥਾ ਹੈ ਉਹ ਵਰਣਨ ਕਰਨ ਲੱਗਾ ਹੈ, ਸੁਣਾਉਣ ਲੱਗਿਆ ਹੈ। ਸਸਮੁਖ ਤੇ ਇਤਿਹਾਸ ਸੁਦਾਸਰ। ਆਪਦੇ ਚੰਦਰਮਾ ਰੂਪੀ ਮੁਖ ਤੋਂ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਜੋ ਕਥਾ ਹੈ ਉਹ ਸੁਣਾਉਣ ਲੱਗੇ ਹਨ। ਸ੍ਰੀ ਬਾਲਾ ਸੰਦਰਵਾਚ। ਭਾਈ ਬਾਲਾ ਜੀ ਹੁਣ ਜੋ ਸੰਧੂ ਕੋਤਦੇ ਹਨ, ਕਵੀ ਜੀ ਲਿਖਦੇ ਹਨ ਜਿਹੜਾ ਹੁਣ ਕਥਾ ਆਊਗਾ ਇਹ ਭਾਈ ਬਾਲੇ ਦੇ ਮੁਖ ਤੋਂ ਹੈ। ਜਿਹੜਾ ਹੁਣ ਲਿਖਣ ਲੱਗੇ ਉਹ ਉਹਨਾਂ ਦੀ ਆਵਾਜ਼ ਹੈ। ਕਲ ਯੁਗ ਪਾਏ ਅਕਾਲ ਪ੍ਰਜੋਰਾ। ਸ਼ੁਰੂ ਵਿੱਚ ਕਥਾ 'ਚ ਭਾਈ ਬਾਲਾ ਜੀ ਸਾਰੀ ਸੰਗਤ ਨੂੰ ਸਮਝਾਉਂਦੇ ਹਨ ਕਿ
ਕਿਉਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਸ ਧਰਤੀ ਤੇ ਆਉਣਾ ਪਿਆ ਅਕਾਲ ਪੁਰਖ ਵਾਹਿਗੁਰੂ ਨੂੰ? ਸੋ ਕਲਯੁਗ ਆਏ ਕਲਯੁਗ ਪਾਏ ਅਕਾਲ ਪ੍ਰਜੋਰਾ। ਜਿਹੜਾ ਕਲਯੁਗ ਸੀ ਬਿਨਾਂ ਸਮੇਂ ਤੋਂ ਬਹੁਤਾ ਜ਼ੋਰ ਪਾਇਆ ਹੋਇਆ ਸੀ ਸੰਸਾਰ ਉੱਤੇ। ਪ੍ਰਗਟ ਭਏ ਅਗ ਓਗ ਪ੍ਰਗੋਰਾ। ਅਤੇ ਆਸੇ ਪਾਸੇ ਉਹਨੇ ਬਹੁਤ ਸਾਰਾ ਜ਼ੋਰ ਲਾਇਆ ਸੀ, ਬਹੁਤ ਸਾਰੇ ਪਾਪ ਹੋਣ ਲੱਗੇ ਸੀ ਸੰਸਾਰ ਉੱਤੇ। ਆਦ ਦੁਕਾਲ ਹੋਤ ਉਤਪਾਤਾ। ਬਹੁਤਾ ਭੈੜਾ ਸਮਾਂ ਆ ਗਿਆ ਸੀ, ਜਿਸ ਤਰ੍ਹਾਂ ਜਿਹੜੀ ਖੇਤੀ ਸੀ ਉਹ ਵੀ ਨਾਸ ਹੁੰਦੇ ਸੀ, ਮੀਂਹ ਬਹੁਤਾ ਚਿਰ ਬਾਅਦ ਪੈਂਦਾ ਸੀ, ਬਹੁਤ ਉਪਦਰਵ ਆ ਗਏ ਸੀ। ਭਇਓ ਮਲੇਸ਼ ਰਾਜ ਬਖਿਆਤਾ। ਅਤੇ ਸੰਸਾਰ ਉੱਤੇ ਮਲੇਸ਼ਾਂ ਦਾ ਰਾਜ, ਜੋ ਪਖੰਡ ਪਾਪ ਰੂਪੀ ਜੋ ਰਾਜੇ ਸੀ, ਉਹ ਸੰਸਾਰ ਉੱਤੇ ਰਾਜ ਕਰ ਰਹੇ ਸੀ। ਪੰਥ ਮੁਹੰਮਦ ਬੜਤ ਅਪਾਰਾ। ਜਿਹੜਾ ਮੁਹੰਮਦ ਦਾ ਪੰਥ ਸੀ, ਜੋ ਇਸਲਾਮ ਮੁਸਲਿਮ ਸੀ, ਉਹ ਬਹੁਤ ਸਾਰਾ ਉਹਨਾਂ ਦਾ ਧਰਮ ਵੱਧ ਫੁੱਲ ਰਿਹਾ ਸੀ। ਕਲਮਲ ਮੈਂ ਮਤਹੀਨ ਵਿਚਾਰਾ। ਜੋ ਸ੍ਰੇਸ਼ਟ ਮਤ ਤੋਂ, ਸਹੀ ਮਤ ਤੋਂ ਜਿਹੜੇ ਹੀਨ ਲੋਕ ਸੀ, ਉਹਨਾਂ ਦੀ ਜਿਹੜੀ ਵਿਚਾਰ ਹੈ, ਉਹ ਜਿਹੜਾ ਕਲਯੁਗ ਦੇ ਪਾਪ ਪੈੜੇ ਬੁੱਧ ਵਾਲੇ, ਉਹਨਾਂ ਦਾ ਹੁਣ ਜ਼ਿਆਦਾ ਪਖੰਡ ਚੱਲ ਰਿਹਾ ਸੀ ਸੰਸਾਰ ਤੇ। ਗੋ ਗਰੀਬ ਕੋ ਹਤ ਹੈ ਕੁਸਾਲੀ। ਜਿਹੜੇ ਗਊ ਗਰੀਬ ਸੀ, ਉਹਨਾਂ ਨੂੰ ਲੋਕ ਮਾਰ ਕਰਕੇ ਬੜੇ ਖੁਸ਼ ਹੁੰਦੇ ਸੀ, ਪ੍ਰਸੰਨ ਹੁੰਦੇ ਸੀ ਗਊ ਗਰੀਬਾਂ ਨੂੰ ਮਾਰ ਕਰਕੇ। ਕਲ ਕੇ ਕਲ ਹੈ ਕੀਨ ਕੁਚਾਲੀ। ਜਿਹੜੀ ਕਲਯੁਗ ਦੀ ਖੋਟੀ ਚਾਲ ਹੈ, ਪੁੱਠੀ ਜਿਹੜੀ ਚਾਲ ਹੈ, ਇਸ ਪ੍ਰਕਾਰ ਪਾਪ ਕਰਦੇ ਕਰਦੇ ਵੱਧ ਰਹੀ ਸੀ। ਨਿਪਤ ਭਏ ਮਤ ਮੰਦ ਮਲੀਨਾ। ਨਿਰਪਤ ਭਾਵ ਰਾਜਾ, ਜੋ ਨਿਰਪਤ ਭਏ ਮਤ ਮੰਦ ਮਦੀਨਾ। ਜਿਹੜੇ ਰਾਜੇ ਸੀ, ਉਹਨਾਂ ਦੀ ਡਿਊਟੀ ਹੈ ਆਪਦੇ ਰਾਜ ਸਭਾ ਕਚਹਿਰੀ ਵਿੱਚ ਆਪਦੀ ਪ੍ਰਜਾ ਨੂੰ ਸੰਭਾਲਣ ਨੂੰ, ਰੱਖਿਆ ਕਰਨ ਨੂੰ। ਪਰ ਜਿਹੜੇ ਰਾਜੇ ਸੀ, ਉਹ ਬੜੀ ਪੈੜੀ ਬੁੱਧ ਵਾਲੇ ਹੋ ਗਈ ਸੀ, ਪੁੱਠੇ ਮਤ ਵਾਲੇ। ਜਨ ਸ਼ੁਭ ਕਰਮ ਖੈਸ ਕਿਸ ਲੀਨਾ। ਇਸ ਤਰ੍ਹਾਂ ਮੰਨਣਾ ਕਰੋ, ਜਿਹੜੇ ਸਾਰੇ ਸ਼ੁਭ ਕਰਮ ਸੀ, ਸੱਚੇ ਸੁੱਚੇ ਕਰਮ ਸੰਸਾਰ ਉੱਤੇ, ਉਹ ਆ ਕਰਕੇ ਕੋਈ ਖੋ ਕੇ ਲੈ ਗਿਆ। ਮੰਤਰੀ ਲੋਲਪ ਬੇਸਿਆ ਗਾਮੀ। ਤੇ ਜਿਹੜੇ ਰਾਜੇ ਦੇ ਮੰਤਰੀ ਸੀ, ਉਹ ਵੀ ਵਿਸ਼ੇ ਵਿਕਾਰਾਂ ਵਿੱਚ ਕਾਮ ਵਿੱਚ ਲੰਪਟ ਹੋ ਗਏ ਸੀ। ਦੁਰਾਚਾਰ ਕਰ ਹੀ ਮਨ ਬਾਮੀ। ਸੋ ਇਸ ਪ੍ਰਕਾਰ ਬਹੁਤ ਸਾਰਾ ਪਾਪ ਹੋਣ ਲੱਗਿਆ ਸੀ ਦੁਨੀਆ ਤੇ। ਜਿਹੜੇ ਵਜ਼ੀਰ ਸੀ, ਉਹ ਵੀ ਇਸ ਪ੍ਰਕਾਰ ਵਿਸ਼ੇ ਵਿਕਾਰਾਂ ਤੇ ਵਿੱਚ ਪੈ ਗਏ ਸੀ। ਜਿਹੜੇ ਟੇਢੇ ਪਿੰਗੇ ਮਨ ਵਾਲੇ, ਉਹ ਬਹੁਤ ਸਾਰੇ ਪੈੜੇ ਕਰਮ ਕਰਨ ਲੱਗੇ ਸੀ। ਦੋਹਰਾ ਦੁਰਮਤ ਦੁਸ਼ਟ ਦਰੋਦਰੀ। ਸੋ ਦੁਰਮਤ ਭਾਵ ਜੋ ਦੁਰਮਤ ਭਾਵ ਜੋ ਪੁੱਠੇ ਕੰਮ, ਪੈੜੇ ਬੁੱਧ ਵਾਲੇ, ਉਹ ਸਾਰੇ ਆ ਗਏ ਸੀ। ਦੁਸ਼ਟ, ਜੋ ਦੁਸ਼ਟਾਈ, ਲੋਕਾਂ ਦੇ ਵਿੱਚ ਦੁਸ਼ਟਾਈ ਜਿਹੜੀ ਹੈਗੀ ਆ। ਦਰੋਦਰੀ, ਦਲਿੱਦਰ ਭਾਵ ਜੂਏਬਾਜੀ ਵੀ ਬਹੁਤ ਹੋਣ ਲੱਗੀ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ ਧਰਤੀ ਤੇ। ਦੁਕ੍ਰਿਤ ਦੁਖਤ ਕਲੇਸ਼। ਦੁਕ੍ਰਿਤ ਪਾਪ ਭਾਵ ਪਾਪ ਪਖੰਡ ਜਿਹੜਾ ਬਹੁਤ ਹੋਣ ਲੱਗ ਗਿਆ ਸੀ। ਦੁਖਤ, ਲੋਕਾਂ ਨੂੰ ਦੁਖੀ ਕਰਨਾ ਬਹੁਤ ਦੁਖਦਾਈ ਹੋਣ ਲੱਗੀ ਸੀ। ਅਤੇ ਕਲੇਸ਼, ਸਾਰੇ ਆਪਦੇ ਵਿੱਚ ਬਸ ਝਗੜੇ ਕਰਨ ਲੱਗ ਪਏ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ। ਸੂਨ ਸਿੰਘ ਕਾ ਸਰਸ ਸੋ। ਇਸ ਤਰ੍ਹਾਂ ਸੀ, ਜਿਹੜੀ ਸਿੰਘ ਕਾ ਰਾਖਸ਼ਣੀ, ਉਹਦੇ ਸੁਪੁੱਤਰ ਰਾਹੂ ਸਮਾਨ ਵਰਗੇ ਹੋ ਗਏ ਸੀ। ਧਰਮ ਪਇਓ ਰਾਕੇਸ਼। ਸੋ ਇਸ ਤਰ੍ਹਾਂ ਪ੍ਰਤੀਤ ਸੀ, ਜਿਸ ਤਰ੍ਹਾਂ like in when there's an eclipse, the moon goes in front of the sun and you can't see the light of the sun and you can't see the moon, the shine of the moon either. So the light, the good karma, the good deeds, is the metaphor for light that was blocked by all the bad deeds by the eclipse in the same way. ਹਾਂਜੀ, ਚੌਪਈ ਨਿਪਤ ਪੁਕਾਰ ਨਾ ਸੁਨ ਹੈ ਕਾਈ। ਤੇ ਜਿਹੜੇ ਰਾਜੇ ਸੀ, ਉਹ ਜਿਹੜਾ ਜਦੋਂ ਕੋਈ ਗਊ ਗਰੀਬ ਆ ਕੇ ਉਹਦੀ ਕਚਹਿਰੀ ਵਿੱਚ ਕੋਈ ਪੁਕਾਰ ਨਾ ਕਰੇ, ਉਹਨੂੰ ਤਾਂ ਅਣਸੁਣਿਆ ਕਰ ਦਿੰਦੇ ਸੀ। ਕਾਜੀ ਰਿਸ਼ਵਤ ਬਸ ਅਦਕਾਈ। ਤੇ ਜਿਹੜੇ ਕਾਜੀ ਸੀ, ਉਹ ਪੈਸੇ ਪੂਸੇ ਲੈ ਕਰਕੇ, ਉਹ ਇਸ ਤਰ੍ਹਾਂ ਪੈਸੇ ਪੂਸੇ ਲੈ ਕਰਕੇ ਝੂਠੇ ਕੋ ਸਾਚਾ ਕਰ ਦੇਈ। ਬਰਾਬਰੀ ਲੈ ਕਰਕੇ, ਪੈਸੇ ਪੂਸੇ ਲੈ ਕਰਕੇ ਝੂਠੇ ਨੂੰ ਸੱਚਾ ਬਣਾ ਦਿੰਦੇ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ। ਸਤ ਨਿਆਏ ਕੋ ਨਾਉ ਨ ਲਈ। ਜਿਹੜਾ ਸੱਤ ਦਾ ਨਿਆਂ ਹੈ, ਸੱਚਾ ਸੁੱਚਾ ਇਨਸਾਫ ਜਿਹੜਾ ਹੈ, ਉਹਦਾ ਕੋਈ ਨਾਂ ਹੀ ਨਹੀਂ ਲੈਂਦੇ ਸੀ ਉੱਥੇ। ਜਹ ਤਹ ਚੱਲੀ ਮਲੇਸ਼ਨ ਭਾਖਾ। ਤੇ ਜਿਹੜੀ ਮਲੇਛਾਂ ਦੀ ਭਾਸ਼ਾ ਸੀ, ਜੋ ਭਾਵ ਅਰਬੀ, ਫਾਰਸੀ, ਇਸ ਪ੍ਰਕਾਰ ਬਹੁਤ ਸਾਰੀ ਵੱਧ ਫੁੱਲ ਰਹੀ ਸੀ। ਧਰਮ ਨਰਨ ਸਭ ਨਾਖਾ ਪੁੰਨ ਧਰਮ ਨਿਜ ਨਿਜ ਧਰਮ ਨਰਨ ਸਭ ਨਾਖਾ। ਤੇ ਜਿਹੜੇ ਲੋਕ ਸੀ, ਉਹ ਆਪਦੇ ਧਰਮ ਛੱਡ ਕਰਕੇ ਪੈੜੇ ਕੰਮ, ਪੁੱਠੇ ਕਰਮ ਕਰਨ ਲੱਗੇ ਸੀ। ਪਰ ਬਾਲਾ ਜੀ ਸੰਗਤ ਨੂੰ ਸਮਝਾਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਉਣ ਤੋਂ ਪਹਿਲਾਂ ਇਸ ਪ੍ਰਕਾਰ ਬਹੁਤ ਸਾਰਾ ਪੈੜਾ ਸਮਾਂ ਆ ਗਿਆ ਸੀ ਸੰਸਾਰ ਉੱਤੇ। ਪੁੰਨਹੀਨ ਤਨ ਪਾਪਨ ਪੀਨਾ। ਜਿਹੜੇ ਪੁੰਨ ਚੰਗੇ ਕਰਮ ਸੀ, ਉਹ ਤੋਂ ਹੀਨ ਹੋ ਕਰਕੇ ਜਿਹੜੇ ਪਾਪ ਪੈੜੇ ਕੰਮਾਂ ਵਿੱਚ ਸਾਰੇ ਲੋਕ ਤਕੜੇ ਹੋਣ ਲੱਗੇ ਸੀ। ਦਰਬਖ ਸੁੱਟ ਹੈ ਦੇਖਤ ਨੀਨਾ। ਸੋ ਜੋ ਗਊ ਗਰੀਬ ਤੁਰਦਾ ਜੋ ਉਹਦਾ ਧਨ ਖੋ ਕੇ, ਉਹਦਾ ਜੋ ਪੈਸੇ ਪੂਸੇ ਖੋ ਕਰਕੇ ਲੁੱਟ ਲੈਂਦੇ ਸੀ ਉਹਨੂੰ। ਹਰ ਕਾਰਜ ਕੇ ਕਰਤਾ ਹਾਨੀ। ਤੇ ਜੇ ਕੋਈ
ਪਰਿਵਾਰ ਦਾ ਕੋਈ ਚੰਗਾ ਕੰਮ ਹੋਣ ਲੱਗਿਆ, ਕੋਈ ਚੰਗਾ ਕੰਮ, ਉਹਦੀ ਨਿੰਦਿਆ ਕਰਕੇ, ਉਹਦੇ ਵਿਗਣ ਪਾ ਕਰਕੇ ਉਹਦਾ ਚੰਗਾ ਕੰਮ ਦਾ ਨਾਸ਼ ਹੀ ਕਰ ਦਿੰਦੇ ਸੀ। ਸਨ ਜਿਉ ਤਨ ਖੋਵਹਿ ਦੁਖਦਾਨੀ। ਸੋ ਸਨ ਇੱਕ ਪਲਾਂਟ ਹੁੰਦਾ, ਜਿਸ ਤਰ੍ਹਾਂ ਸਨ ਨੂੰ ਤੋੜ ਤਾੜ ਕਰਕੇ ਉਹਦੇ ਵਿੱਚੋਂ ਰੱਸੀ ਬਣਾਈ ਜਾਂਦੀ ਹੈ ਤੇ ਉਹ ਰੱਸੀ ਨਾਲ ਹੋਰਾਂ ਨੂੰ ਬੰਨਿਆ ਜਾਂਦਾ ਹੈ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਹਨ ਕਿ ਆਪ ਦੁਖੀ ਹੋ ਕਰਕੇ ਹੁਣ ਹੋਰਾਂ ਨੂੰ ਵੀ ਦੁਖੀ ਕਰਦੇ ਹਨ। ਸੋ sun is a hemp plant and it is ripped up and broken up into to get its fibers to make into a rope, and with a rope you tie other people. So Bhai Balaji saying they make themselves dukhi and they're bringing other people down with them, making other people dukhi at the same time. ਨਿੰਦਿਆ ਪਰਦਾਰਾ ਆਇਆ ਧਨ ਹੋਰਾਂ ਦੀ ਨਿੰਦਿਆ ਜਿਹੜੀ ਹੈ ਪਰ ਇਸਤਰੀ ਗਮਨ। ਨਿਸ ਦਿਨ ਤਨ ਮਨ ਸੋਹਿਤ ਧਾਰਾ। ਇਸ ਪ੍ਰਕਾਰ ਦੇ ਪਾਪ ਦਿਨ ਰਾਤ ਲੋਕਾਂ ਨੂੰ ਇਸ ਪ੍ਰਕਾਰ ਦੇ ਪਾਪਾਂ ਵਿੱਚ ਪਿਆਰ ਪਾਉਣ ਲੱਗ ਪਿਆ। ਦੋਹਰਾ ਜੰਗਮ ਬਹੁਤ ਸਰੇ ਵਰੇ। ਸੋ ਜਿਹੜੇ ਜੰਗਮ ਹਨ ਉਹ ਟੱਲੀ ਖੜਕਾਉਣ ਵਾਲੇ ਹਨ, ਸ਼ਿਵ ਜੀ ਦੇ ਜੋ ਪੁਜਾਰੀ ਸ਼ਰਧਾਲੂ ਹਨ ਤੇ ਸਰੇਵਰੇ ਜੋ ਜੈਣੀ ਮਤ ਦੇ ਹਨ, ਉਹਨਾਂ ਦੇ ਵੀ ਦੋ ਭੇਦ ਵਿਚਾਰ ਹਨ। ਕਰਤ ਦਿਗੰਬਰ ਰਾਰ। ਇਸ ਪ੍ਰਕਾਰ ਉਹ ਆਪਦੇ ਵਿੱਚ ਬਸ ਝਗੜੇ ਕਰਨ ਲੱਗੇ ਵੀ ਅਸੀਂ ਸਹੀ ਆ, ਨਹੀਂ ਅਸੀਂ ਸਹੀ ਆ, ਇਸ ਪ੍ਰਕਾਰ ਦੇ ਝਗੜੇ ਕਰਨ ਲੱਗੇ। ਖਟ ਦਰਸ਼ਨ ਹਰ ਨਾਮ ਬਿਨ। ਸੋ ਜਿਹੜੇ ਛੇ ਸ਼ਾਸਤਰ ਜੋ ਛੇ ਮਤਾਂ ਮੰਨਣ ਵਾਲੇ ਹਨ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੋਂ ਬਿਨਾ ਹੋਤ ਬਾਦ ਮਰ ਖੁਆਰ। ਆਪ ਦੇ ਵਿੱਚ ਬਸ ਅਸੀਂ ਸਹੀ ਆ, ਝਗੜੇ ਇਸ ਪ੍ਰਕਾਰ ਦੇ ਕਰਨ ਲੱਗੇ, ਝਗੜੇ ਕਰ ਕਰਕੇ ਆਪ ਨੂੰ ਬਸ ਖਰਾਬ ਕਰੀ ਜਾਂਦੇ ਹਨ, ਹਰੀ ਅਕਾਲ ਪੁਰਖ ਦਾ ਨਾਮ ਨੂੰ ਭੁੱਲ ਗਏ ਹਨ ਸਾਰੇ। ਚੌਪਈ ਕੀਨੇ ਦਵਾਦਸ਼ ਮਾਰਗ ਜੋਗੀ। ਸੋ ਜਿਹੜੇ ਜੋਗੀ ਸੀ ਉਹ ਆਪਦੇ ਬਸ 12 ਪੰਥ ਚਲਾ ਦਿੱਤੇ, ਆਪਦੇ ਨਾਹਾਂ ਤੇ 12 ਪੰਥ ਚਲਾ ਦਿੱਤੇ ਆਪਦੇ। ਭਾਉ ਭਗਤ ਬਿਨ ਭਏ ਬਿਯੋਗੀ। ਪ੍ਰੇਮਾ ਭਗਤੀ ਨੂੰ ਸਾਰੇ ਭੁੱਲ ਗਏ ਤੇ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਏ ਸਾਰੇ। ਕਰਹਿ ਸ਼ਾਸਤਰਨ ਵਿਪਰ ਕੁਬਾਦਾ। ਜਿਹੜੇ ਛੇ ਸ਼ਾਸਤਰਾਂ ਨੂੰ ਮੰਨਣ ਵਾਲੇ ਹਨ, ਬ੍ਰਾਹਮਣ ਜਿਹੜੇ ਹਨ, ਉਹ ਵੀ ਆਪਦੇ ਵਿੱਚ ਬਸ ਝਗੜੇ ਕਰਨ ਲੱਗ ਪਏ। ਬਹੁਤ ਪਰਸਪਰ ਵਦਤ ਵਿਖਾਦਾ। ਵਿਚਾਰ ਕਰਦੇ ਆਪਦੇ ਵਿੱਚ ਵਿਚਾਰ ਕਰਦੇ ਉਹ ਵੀ ਝਗੜੇ ਵਿੱਚ ਪੈ ਗਏ। ਮੂੰਡ ਮੰਡਾ ਵਹਿ ਹੋਏ ਸੰਨਿਆਸੀ। ਜਿਹੜੇ ਕਈ ਲੋਕ ਸੀ ਉਹ ਘਰ-ਬਾਰ ਛੱਡ ਕਰਕੇ ਆਪ ਨੂੰ ਸੰਨਿਆਸੀ ਕਹਾਉਣ ਲੱਗੇ, ਤਿਆਗੀ ਵਿਰਾਗੀ ਕਹਾਉਣ ਲੱਗੇ। ਦਰਬ ਨਾਰ ਮਹਿ ਰਿਦਾ ਦੁਰਾਸੀ। ਸੋ ਅਸਲ ਵਿੱਚ ਉਹ ਤਿਆਗੀ ਵਿਰਾਗੀ ਤਾਂ ਆਪ ਨੂੰ ਕਹਾਉਂਦੇ ਸੀ, ਪਰ ਅਸਲ ਵਿੱਚ ਉਹਨਾਂ ਦੇ ਹਿਰਦੇ ਵਿੱਚ ਜੋ ਪਰਾਇਆ ਧਨ, ਜੋ ਨਿੰਦਿਆ ਹੋਰਾਂ ਦੀ ਨਿੰਦਿਆ, ਜੋ ਪਰ ਇਸਤਰੀ ਗਮਨ, ਜੋ ਇਦਾਂ ਦੇ ਭੈੜੇ ਕੰਮ ਪਾਪ ਉਹਨਾਂ ਦੇ ਹਿਰਦੇ ਵਿੱਚ ਬਹੁਤ ਸੀ। ਭਏ ਅਤੀਤ ਕਹਾਏ ਬੈਰਾਗੀ। ਉਹ ਆਪ ਨੂੰ ਤਾਂ ਤਿਆਗੀ ਵਿਰਾਗੀ ਕਹਾਉਂਦੇ ਸੀ, ਪਰ ਪਾਪ ਬਹੁਤ ਕਰਦੇ ਸੀ। ਗ੍ਰਸਤੀ ਤੇ ਵਦ ਮਨ ਦੋ ਲਾਗੀ। ਉਹਨਾਂ ਦੇ ਮਨ ਵਿੱਚ ਜੋ ਤ੍ਰਿਸ਼ਨਾ ਦੀ ਅੱਗ ਹੈ ਉਹ ਗ੍ਰਸਤੀਆਂ ਤੋਂ ਵੀ ਵੱਧ ਸੀ ਉਹਨਾਂ ਦੇ ਮਨ ਵਿੱਚ। ਪੰਡਿਤ ਪਹਿਰੂਆ ਕਰਹਿ ਸਤੇਈ। ਤੇ ਜਿਹੜੇ ਪੰਡਤ ਹਨ ਉਹ ਆਪ ਨੂੰ ਜੋ ਧਰਮ ਦੇ ਪਹਿਰੇਦਾਰ ਕਹਾਉਂਦੇ ਸੀ ਉਹ ਤਾਂ ਆਪ ਹੀ ਚੋਰੀ ਕਰਨ ਲੱਗੇ। ਰਖਵਾਰੀ ਕੋ ਸਦਨ ਕਰੇਈ। ਭਾਈ ਬਾਲਾ ਜੀ ਕਹਿੰਦਾ ਜੇ ਧਰਮ ਦੇ ਪਹਿਰੇਦਾਰ ਜਿਹੜੇ ਆਪ ਨੂੰ ਕਹਾਉਣ ਵਾਲੇ ਉਹ ਆਪ ਹੀ ਚੋਰੀ ਕਰਨ ਲੱਗ ਪਏ, ਫਿਰ ਜੇ ਧਰਮ ਦੀ ਰਾਖੀ ਕੌਣ ਕਰੂਗਾ? ਹੋਤੀ ਬਾਰ ਰਖਬਰ ਨਿਰਪਾਲਾ। ਸੋ ਜਿਸ ਤਰ੍ਹਾਂ ਰਾਜ ਦੀ ਡਿਊਟੀ ਹੈ ਕਿ ਆਪਦੀ ਜੋ ਪ੍ਰਜਾ ਦੀ ਸੰਭਾਲਣ ਤਾਂ ਰੱਖਿਆ ਕਰਨ ਵਾਸਤੇ, ਉਹ ਇਸ ਤਰ੍ਹਾਂ ਡਿਊਟੀ ਹੈ ਰਾਜੇ ਦੀ। ਪ੍ਰਜਾ ਖੇਤ ਕੋ ਖਾਤ ਕੁਢਾਲਾ। ਪਰ ਅਸਲ ਵਿੱਚ ਜਿਹੜਾ ਰਾਜਾ ਸੀ, ਜਿਸ ਤਰ੍ਹਾਂ ਮੈਟਾਫੋਰ ਦਿੰਦੇ ਹਨ ਭਾਈ ਬਾਲਾ ਜੀ, ਜੋ ਖੇਤ ਦੇ ਲਾਗੇ ਫੈਂਸ ਲਾ ਦਿੰਦੇ ਹਨ, ਕੋਈ ਜਾਨਵਰ ਆ ਕੇ ਜੋ ਖੇਤ ਨੂੰ ਨਾਸ ਨਾ ਕਰੇ, ਪਰ ਅਸਲ ਵਿੱਚ ਜਿਹੜਾ ਰਾਜਾ ਹੈ ਉਹ ਆਪ ਖੇਤ ਨੂੰ, ਆਪਦੀ ਰਾਜ ਸਭਾ ਪ੍ਰਜਾ ਰੂਪੀ ਖੇਤ ਨੂੰ ਖਾਣ ਲੱਗ ਗਿਆ, ਨਾਸ ਕਰਨ ਲੱਗ ਗਿਆ ਹੈ, ਆਪਦੀ ਪ੍ਰਜਾ ਨੂੰ ਹੀ ਦੁਖੀ ਕਰਨ ਲੱਗ ਪਿਆ ਹੈ। ਦੋਹਰਾ ਭਇਓ ਭਾਰ ਤਰ ਪਰ ਅਦਕ। ਅਤੇ ਬਹੁਤ ਸਾਰਾ ਭਾਰ ਜੋ ਪਾਪਾਂ ਦਾ ਪਖੰਡਾਂ ਦਾ ਧਰਤੀ ਉੱਤੇ ਪੈ ਗਿਆ। ਧਰਮ ਧਰਤ ਨਹਿ ਧੀਰ। ਅਤੇ ਜਿਹੜੀ ਧਰਤੀ ਹੈ ਉਹਨੇ ਹੌਸਲਾ ਹਾਰ ਲਿਆ, ਇੰਨਾ ਪਾਪ ਹੋਣ ਲੱਗ ਗਿਆ ਉਹਦੀ ਧਰਤੀ ਤੇ। ਭਾਉ ਭਗਤ ਨਹਿ ਜਗਤ ਮੇ। ਜਿਹੜਾ ਭਾਉ ਭਗਤੀ ਦਾ ਉਪਦੇਸ਼ ਸੀ ਉਹ ਕੁਝ ਕਿਤੇ ਨਹੀਂ ਦਿਸ ਰਿਹਾ ਸੀ, ਭਾਉ ਭਗਤੀ ਸਾਰੇ ਭੁੱਲ ਗਏ ਸੀ। ਵਿਕਲ ਭਈ ਪੈ ਪੀਰ। ਜਿਹੜੀ ਧਰਤੀ ਸੀ ਉਹ ਬੜੀ ਵਿਆਕੁਲ ਹੋ ਗਈ, ਬੜੀ ਭੈ ਨਾਲ ਭਰ ਗਈ, ਡਰ ਗਈ ਉਹ। ਚੌਪਈ ਏਕੰਕਾਰ ਅਰਾਧਨ ਕੀਨਾ। ਜਿਹੜੀ ਧਰਤੀ ਸੀ ਨੇ ਇੱਕ ਦੁਆਇਤ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਸਾਰਿਆਂ ਦਾ ਪਾਲਣਾ ਕਰਨ ਵਾਲਾ ਹੈ, ਉਹਨੂੰ ਪੁਕਾਰਨਾ ਕੀਤੀ, ਉਹਨੂੰ ਆਰਾਧਨ ਕੀਤਾ ਧਰਤੀ ਨੇ। ਭਣਤ ਬੇਨਤੀ ਭਈ ਅਧੀਨਾ। ਇਸ ਪ੍ਰਕਾਰ ਨਿਮਰਤਾ ਨਾਲ ਇਸ ਤਰ੍ਹਾਂ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਪਰਮੇਸ਼ਰ ਪੁਰਖ ਪੁਰਾਤਨ। ਇਹ ਪਰਮੇਸ਼ਰ ਸਰੂਪ ਜੋ ਪੁਰਖਾਂ ਤੋਂ ਪਰੇ ਹਨ, ਪੁਰਾਤਨ ਨਾਦੀ ਸਰੂਪ। ਪਰਮ
परम परवानाथ सनातन ਜੋ ਪਰਮ ਪਰਾਵਰ ਨਾਥ ਅਕਾਲ ਪੁਰਖ ਵਾਹਿਗੁਰੂ ਗਰੀਬਾਂ ਦੇ ਮਾਲਕ ਸਨਾਤਨ ਪੁਰਾਤਨ ਨਾਦੀ ਸਰੂਪ दीन बंद प्रभ दीन दयाला ਦੀਨਾਂ ਦੇ ਪਿਆਰੇ ਦੀਨਾਂ ਦੇ ਦਿਆਲੂ ਕਿਰਪਾਲੂ ਵਾਹਿਗੁਰੂ ਜੀ दीनानाथ प्रोख ਜੋ प्रतिपाला ਦੀਨਾਨਾਥ ਗਰੀਬਾਂ ਦੇ ਮਾਲਕ ਜੋ ਗੁਪਤ ਰੂਪ ਵਿੱਚ ਆ ਕਰਕੇ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਆਪ ਜੀ ਸੁਣਨਾ ਕਰੋ हजार अमरे दीन हजार अनवे अनवद अपेखा ਸੋ ਅਜਾਰ ਬੜੇਪੇ ਤੋਂ ਪਰੇ ਜੋ ਅਜਾਰ ਅਮਰ ਅਨੁਵਾਦ ਅਪੇਖਾ ਜੋ ਬੜੇਪੇ ਤੋਂ ਪਰੇ ਸੋ ਮੌਤ ਤੋਂ ਪਰੇ ਕਥਨ ਤੋਂ ਪਰੇ ਅਤੇ ਭੇਖਾਂ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਸੁਣੋ भै निरंजन अलख अलेखा ਭੈ ਤੋਂ ਰਹਿਤ ਜੋ ਸੁਧ ਸਰੂਪ ਮਾਇਆ ਤੋਂ ਰਹਿਤ ਲੇਖੇ ਤੋਂ ਰਹਿਤ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਸੁਣਨਾ ਕਰੋ काल मल कल के काल बिथारा ਜਿਹੜਾ ਕਲਯੁਗ ਨੇ ਉਹਨੇ ਬਹੁਤ ਸਾਰਾ ਜ਼ੋਰ ਪਾ ਲਿਆ ਸੰਸਾਰ ਤੇ ਬਹੁਤ ਸਾਰੇ ਪੈੜੇ ਕੰਮ ਪਾਪ ਪਖੰਡ ਹੋਣ ਲੱਗ ਗਿਆ ਹੈ अब है पार नह जाए संभारा ਤੇ ਜਿਹੜਾ ਉਹ ਸਾਰਾ ਭਾਰ ਹੈ ਉਹ ਮੇਰੇ ਤੋਂ ਹੁਣ ਸਹਾਰਿਆ ਨਹੀਂ ਜਾਂਦਾ ਅਕਾਲ ਪੁਰਖ ਵਾਹਿਗੁਰੂ ਜੀ अत दुष्टर दुख बेला भयो ਬਹੁਤ ਸਾਰਾ ਬਹੁਤ ਸਾਰਾ ਦੁਖੀ ਸਮਾਂ ਪੈੜਾ ਸਮਾਂ ਔਖਾ ਸਮਾਂ ਆ ਗਿਆ ਹੁਣ ਧਰਤੀ ਉੱਤੇ बिन अवलंब जात नह रहे ਅਕਾਲ ਪੁਰਖ ਵਾਹਿਗੁਰੂ ਜੀ ਆਪਦੇ ਆਸਰੇ ਤੋਂ ਬਿਨਾਂ ਇਹ ਮੇਰੇ ਤੋਂ ਚੱਲਿਆ ਨਹੀਂ ਜਾਂਦਾ ਸਹਾਰਿਆ ਨਹੀਂ ਜਾਂਦਾ दोहरा सतयुग मह चारो चरण ਸਤਜੁਗ ਦੇ ਸਮੇਂ ਵਿੱਚ ਚਾਰ ਪੈਰ ਜੋ ਧਰਮ ਦੇ ਚਾਰ ਪੈਰ ਕਹੇ ਜਾਂਦੇ ਹਨ ਉਹ ਚਾਰ ਪੈਰ ਸਤਜੁਗ ਦੇ ਸਮੇਂ ਵਿੱਚ ਸੀ ਸੋ ਸਤ ਤਪ ਜਗ ਤੇ ਦਾਨ ਉਹ ਚਾਰ ਪੈਰ ਸਤਜੁਗ ਦੇ ਸਮੇਂ ਰਹੇ ਸੀ ਧਰਮ ਦੇ त्रेते तीन ਅਤੇ रहाए ਤ੍ਰੇਤੇ ਵਿੱਚ ਸਤ ਛੱਡ ਕਰਕੇ ਸਾਰੇ ਝੂਠ ਬੋਲਣ ਲੱਗੇ ਸੀ ਅਤੇ ਤਿੰਨ ਹੀ ਪੈਰ ਧਰਮ ਦੇ ਰਹਿ ਗਏ ਸੀ द्वापर मह दो रहे ਸੋ ਦੁਆਪਰ ਵਿੱਚ ਦੋ ਹੀ ਪੈਰ ਰਹਿ ਗਏ ਸਤ ਛੱਡ ਦਿੱਤਾ ਅਤੇ ਜਗ ਕਰਨਾ ਛੱਡ ਦਿੱਤਾ कल एक चरण ਤੇ टिकाए ਹੁਣ ਕਲਯੁਗ ਦੇ ਸਮੇਂ ਵਿੱਚ ਤਿੰਨ ਪੈਰ ਜੋ ਛੱਡ ਦਿੱਤੇ ਦਾਨ ਕਰਨ ਨੂੰ ਬਸ ਦਾਨ ਕਰਨ ਦਾ ਬਸ ਰਹਿ ਗਿਆ ਕਲਯੁਗ ਦੇ ਸਮੇਂ ਵਿੱਚ ਇੱਕ ਪੈਰ चौपई कल मल मैं आयो कल काला ਸੋ ਇਸ ਪ੍ਰਕਾਰ ਧਰਤੀ ਅਕਾਲ ਪੁਰਖ ਵਾਹਿਗੁਰੂ ਇਸ ਪ੍ਰਕਾਰ ਬੇਨਤੀ ਕਰਦੀ ਹੈ ਕਿ ਅਕਾਲ ਪੁਰਖ ਜੀ ਹੁਣ ਇਹ ਧਰਤੀ ਉੱਤੇ ਸੰਸਾਰ ਉੱਤੇ ਕਲਯੁਗ ਨੇ ਬਹੁਤ ਸਾਰਾ ਬਿਨਾਂ ਸਮੇਂ ਤੋਂ ਜ਼ੋਰ ਪਾ ਲਿਆ ਹੈ ਬਹੁਤ ਸਾਰਾ ਪਖੰਡ ਪਾਪ ਹੋਣ ਲੱਗ ਪਿਆ ਹੈ ਆਸੇ ਪਾਸੇ भयो सोया ते भार विशाला ਤੇ ਬਹੁਤ ਸਾਰਾ ਧਰਤੀ ਉੱਤੇ ਭਾਰ ਹੈ ਹੁਣ एक चरण ते टिका न ਤੇ जाई ਜਿਹੜਾ ਧਰਮ ਹੈ ਉਹ ਇੱਕ ਪੈਰ ਤੇ ਨਹੀਂ ਟਿਕਿਆ ਜਾਂਦਾ बिन अवलंब न थिरता पाई ਅਕਾਲ ਪੁਰਖ ਵਾਹਿਗੁਰੂ ਜੀ ਆਪਦੇ ਆਸਰੇ ਤੋਂ ਬਿਨਾਂ ਜਿਹੜਾ ਧਰਮ ਹੈ ਇਹ ਟਿਕਿਆ ਨਹੀਂ ਰਹਿਣਾ ਆਪਦੀ ਆਸਰਾ ਦੀ ਲੋੜ ਹੈ एक अंकार बिनै सुन लीजै ਇਹ ਇੱਕ ਓੰਕਾਰ ਇੱਕ ਅਦਵੈਤ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਹੈ ਪਾਲਣਾ ਕਰਨ ਵਾਲਾ ਹੈ ਇਸ ਤਰ੍ਹਾਂ ਮੇਰੀ ਬੇਨਤੀ ਆਪ ਜੀ ਸੁਣਨਾ ਕਰੋ फिर होवो को अवलंब दीजै ਆਪ ਜੀ ਆਸਰਾ ਆ ਕੇ ਦੇਵੋ ਕੋਈ ਕਿਸ ਨੂੰ ਭੇਜੋ ਕੋਈ ਕਰੋ ਆਸਰਾ ਦੇਵੋ ज्योति रूप आतुरी बानी ਸੋ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਤਰ੍ਹਾਂ ਦੁੱਖ ਭਰੀ ਬਾਣੀ ਧਰਤੀ ਤੋਂ ਸੁਣਨਾ ਕੀਤੀ सुनत विचार कीन सुखदानी ਇਸ ਤਰ੍ਹਾਂ ਸੁਣ ਕਰਕੇ ਸੁੱਖਾਂ ਦੇ ਦਾਨ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰ੍ਹਾਂ ਇਸ ਪ੍ਰਕਾਰ ਵਿਚਾਰ ਕਰਨਾ ਕੀਤਾ ਹਾਂਜੀ इस कारज को बहुत पठाई ਇਹ ਜਿਹੜਾ ਕਾਰਜ ਹੈ ਕੰਮ ਧਰਮ ਨੂੰ ਕਾਇਮ ਰੱਖਣ ਵਾਸਤੇ ਮੈਂ ਬਹੁਤ ਸਾਰਿਆਂ ਨੂੰ ਭੇਜਿਆ ਹੈ ਧਰਤੀ ਉੱਤੇ ਸੰਸਾਰ ਉੱਤੇ जाय तहां निज पंथ ਪਰ चलाई ਉਹ ਆ ਕਰਕੇ ਸੰਸਾਰ ਤੇ ਜਾ ਕਰਕੇ ਉਹ ਆਪਦੇ ਪੰਥ ਬਸ ਉਹਨਾਂ ਨੇ ਚਲਾ ਦਿੱਤੇ बिसरे जा कारज तह ਤੇ गए ਜਿਹੜਾ ਸਹੀ ਕਾਰਜ ਜੀ ਜਿਹੜਾ ਸਹੀ ਕੰਮ ਸੀ ਉਹ ਤੋਂ ਤਾਂ ਸਾਰੇ ਭੁੱਲ ਗਏ अपने अपने मत ठहराए ਉਹਨਾਂ ਨੇ ਜਾ ਕਰਕੇ ਜੋ ਆਪਦਾ ਮਤ ਆਪਦਾ ਸਿਧਾਂਤ ਆਪਦਾ ਧਰਮ ਉਹਨਾਂ ਨੇ ਆਪ ਜਾ ਕੇ ਉੱਥੇ ਕਾਇਮ ਕਰ ਲਿਆ ਹੈ किन्हो ना मेहमान नाम बिथारी ਸੋ ਜਿਹੜੀ ਨਾਮ ਦੀ ਮਹਿਮਾ ਹੈ ਸਤਿਗੁਰਾਂ ਦੀ ਨਾਮ ਦੀ ਮਹਿਮਾ ਹੈ ਉਹਨਾਂ ਨੇ ਜਾ ਕਰਕੇ ਕਿਸੇ ਨੇ ਨਹੀਂ ਉੱਥੇ ਜਾ ਕੇ ਕੀਤੀ ਨਾਮ ਦੀ ਮਹਿਮਾ ਕਿਸੇ ਨੇ ਨਹੀਂ ਪ੍ਰੇਮਾ ਭਗਤੀ ਦਾ ਉਪਦੇਸ਼ ਫੈਲਿਆ ਉੱਥੇ भाव भगत की रीत न ਜਿਹੜੀ डारी ਪ੍ਰੇਮਾ ਭਗਤੀ ਭਾਵ ਭਗਤੀ ਦੀ ਰੀਤ ਹੈ ਜੋ ਮਰਿਆਦਾ ਹੈ ਉਪਦੇਸ਼ ਹੈ ਉਹਨਾਂ ਨੇ ਜਾ ਕਰਕੇ ਉੱਥੇ ਕਿਸੇ ਨੇ ਨਹੀਂ ਦਿੱਤੀ ਉੱਥੇ ਜਾ ਕਰਕੇ जो होवत अवलंबत शोनी तो फिर इस प्रकार जो आसरा देने वाले अकाल पुरख वाहिगुरु इस प्रकार फिर ਧਰਤੀ ਨੂੰ ਬਚਨ ਆਖਣ ਲੱਗੇ एवं विचार बोले जग जोनी ਵਿਚਾਰ ਕਰਕੇ ਇਸ ਪ੍ਰਕਾਰ ਧਰਤੀ ਨੂੰ ਬਚਨ ਆਖਣ ਲੱਗੇ ਅਕਾਲ ਪੁਰਖ ਵਾਹਿਗੁਰੂ नाम कीर्तन बिथरहो जब ही ਸੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ ਜਿਹੜਾ ਕੀਰਤਨ ਹੈ ਉਹ ਸੰਸਾਰ ਵਿੱਚ ਪ੍ਰਗਟ ਕਰਾਂਗੇ ਪ੍ਰਕਾਸ਼ ਕਰਾਂਗੇ तुझ अवलंब होए है तब ही ਤਾਂ ਕਿ ਜਿਹੜਾ ਤੇਰਾ ਸਹਾਰਾ ਹੈ ਆਸਰਾ ਹੈ ਇਹ ਤੇਰੇ ਲਈ ਹੋ ਜਾਊਗਾ या ते प्रगटावे जग ਤੇ आए ਇਸ ਲਈ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਦੁਨੀਆ ਤੇ ਆ ਕਰਕੇ ਪ੍ਰਗਟ ਹੋਵਾਂਗਾ
ਹੋਊਗਾ। ਮੋਹ ਬਿਨ ਹੋਤ ਨਾ ਆਨ ਉਪਾਏ। ਹੁਣ ਬਹੁਤ ਸਾਰੇ ਨੂੰ ਮੈਂ ਸੰਸਾਰ ਉੱਤੇ ਭੇਜਿਆ, ਪਰ ਉਹਨਾਂ ਤੋਂ ਕੰਮ ਹੋਈ ਜਿਹੜਾ ਹੋਇਆ ਨਹੀਂ ਧਰਮ ਨੂੰ ਕਾਇਮ ਰੱਖਣ ਵਾਸਤੇ। ਹੁਣ ਆਪ ਮੈਨੂੰ ਆਉਣਾ ਪੈਣਾ। ਧਰਮ ਤਾਮ ਤਰ ਧੀਰਜ ਦੀਨੋ। ਸੋ ਧਰਮ ਦੇ ਮਾਲਕ ਜੋ ਅਕਾਲ ਪੁਰਖ ਵਾਹਿਗੁਰੂ ਹਨ, ਇਸ ਪ੍ਰਕਾਰ ਧਰਤੀ ਨੂੰ ਹੌਸਲਾ ਦਿੱਤਾ। ਪਾਏ ਅਲੰਭ ਹੋਏ ਦੁਖ ਸ਼ੀਨੋ। ਤੇ ਇਸ ਪ੍ਰਕਾਰ ਆਸਰਾ ਦੇ ਕਰਕੇ ਜਿਹੜੇ ਧਰਤੀ ਦੇ ਦੁੱਖ ਸੀ ਉਹ ਇਸ ਤਰ੍ਹਾਂ ਨਾਸ਼ ਕਰ ਦਿੱਤੇ। ਸੁਨ ਕਰ ਗਿਰਾ ਗਗਨ ਕੀ ਤੇ ਸ਼ੋਨੀ। ਇਸ ਪ੍ਰਕਾਰ ਜਦੋਂ ਧਰਤੀ ਨੇ ਜੋ ਆਕਾਸ਼ ਬਾਣੀ, ਜੋ ਸੁੰਦਰ ਆਕਾਸ਼ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਸੁਣਨਾ ਕੀਤੀ, ਔਰ ਕਰ ਪਰਮ ਹਰਖ ਮੁਖ ਮੋਨੀ। ਬਹੁਤ ਸਾਰਾ ਸੁਖ ਮਾਣਿਆ, ਪ੍ਰਸੰਨ ਹੋਈ ਬਹੁਤ ਸਾਰੇ, ਤੇ ਮੁਖ ਮੋਨੀ ਮੋਨ ਹੋ ਗਈ। ਇਸ ਦਾ ਭਾਵ ਹੈ ਚੁੱਪ ਹੋ ਗਈ ਪ੍ਰਸੰਨਤਾ ਨਾਲ। ਜਗ ਮਹਿ ਰਗਵਰ ਕੁਲ ਅਲਕੰਕਾ। ਤੇ ਜਿਹੜਾ ਜਗਤ ਵਿੱਚ ਜੋ ਕੁੱਲ ਸੀ, ਜੋ ਅਕਲੰਕ ਸੀ, ਉਹ ਸ੍ਰੀ ਰਾਮਚੰਦਰ ਦਾ ਕੁੱਲ ਸੀ। ਤਾਂ ਹੀ ਕਰਕੇ ਪ੍ਰਗਟੇ ਬੇਦੀ ਕੁਮਦ ਮਯੋਕਾ। ਅਕਾਲ ਪੁਰਖ ਵਾਹਿਗੁਰੂ ਨੇ ਉਹ ਕੁੱਲ ਨੂੰ ਚੂਜ਼ ਕੀਤਾ ਕੋ ਅਕਲੰਕ ਸੀ। ਉਹ ਬੇਦੀ ਕੁੱਲ ਦੇ ਵਿੱਚ ਸਤਿਗੁਰਾਂ ਨੇ ਪ੍ਰਕਾਸ਼ ਅਵਤਾਰ ਤਾਰਿਆ। ਏਕ ਓੰਕਾਰ ਧਾਰ ਨਿਜ ਰੂਪਾ। ਇੱਕ ਨਿਰਾਜ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਉਸ ਕੁੱਲ ਵਿੱਚ ਆ ਕਰਕੇ ਅਵਤਾਰ ਤਾਰਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਵਿੱਚ ਆਏ ਹਨ। ਪ੍ਰਗਟੇ ਸਤਿਗੁਰ ਰੂਪ ਅਨੂਪਾ। ਜੋ ਬਰਾਬਰਤਾ ਨਹੀਂ ਹੋ ਸਕਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਉਹ ਫਿਰ ਬੇਦੀ ਕੁਲ ਵਿੱਚ ਆ ਕਰਕੇ ਪ੍ਰਗਟ ਹੋਏ ਹਨ। ਦੋਹਰਾ ਨਿਸਕੁਚਾਲ ਕਲ ਕਾਲ ਤੁਮ। ਤੇ ਫਿਰ ਹੁਣ ਭਾਈ ਬਾਲਾ ਜੀ ਐਗਜ਼ਾਮਪਲ ਕਰਦੇ ਹਨ ਕਿ ਜਿਹੜਾ ਰਾਤ ਹੈ, ਹਨੇਰਾ ਹੈ, ਉਹ ਜਿਹੜੇ ਪੈੜੇ ਬੁੱਧ ਵਾਲੇ ਪੈੜੀ ਮਾਤੋ ਉਹਦੀ ਨਿਆਈ ਹੈ। ਉਡਗਣ ਦੰਭ ਸਮਾਜ। ਤੇ ਜਿਹੜੇ ਰਾਤ ਦੇ ਧਾਰੇ ਹਨ ਉਹ ਫਿਰ ਪਖੰਡਾਂ ਦੇ ਨਿਆਈ ਹੈ। ਭਏ ਕੁਮੁਦ ਸੇ ਅਨੇਕ ਮਤ। ਕੁਮੁਦ ਹੁੰਦਾ ਕਵੀ ਦੇ ਫੁੱਲ। ਉਹ ਕੁਮੁਦ ਇਸ ਪ੍ਰਕਾਰ ਕਹਿੰਦੇ ਹਨ ਜਿਹੜੇ ਆਪਦੇ ਮਤ ਲੋਕਾਂ ਨੇ ਚਲਾ ਦਿੱਤੇ, ਉਹ ਕਵੀ ਦੇ ਫੁੱਲ ਵਾਂਗ ਹਨ। ਇੰਦ ਮੁਹੰਮਦ ਰਾਜ। ਤੇ ਜਿਹੜਾ ਚੰਦਰਮਾ ਹੈ, ਉਹ ਜਿਹੜਾ ਪੰਥ ਮੁਹੰਮਦ ਦਾ ਪੰਥ ਜੋ ਨੇ ਆਪਦਾ ਇਸਲਾਮ ਉਹ ਚਲਾ ਦਿੱਤਾ, ਉਹ ਚੰਦਰਮਾ ਰੂਪੀ ਹੈ। ਚੌਪਈ ਤਿਨ ਕੋ ਹਰਨ ਬਾਲ ਦਿਨ ਰਾਉ। ਤੇ ਜਦੋਂ ਫਿਰ ਸੂਰਜ ਪ੍ਰਕਾਸ਼ਮਾਨ ਹੁੰਦਾ, ਜਿਹੜਾ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਨ ਉਹ ਸਾਰੇ ਨਾਸ ਹੋ ਜਾਂਦੇ ਹਨ, ਸੂਰਜ ਪ੍ਰਕਾਸ਼ਮਾਨ ਹੋ ਜਾਂਦਾ। ਉਹਦੇ ਸੋ ਨਾਨਕ ਤੇਜ ਪ੍ਰਭਾਉ। ਇਸੇ ਹੀ ਪ੍ਰਕਾਰ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਤੇ ਪ੍ਰਗਟ ਹੁੰਦੇ ਨੇ, ਇਸ ਪ੍ਰਕਾਰ ਜੋ ਸੂਰਜ ਆ ਕਰਕੇ ਇਸ ਪ੍ਰਕਾਸ਼ਮਾਨ ਹੋ ਜਾਂਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਬਚਨ ਕਿਰਨ ਜਾ ਮਹਿ ਪ੍ਰਕਾਸ਼ੇ। ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਉਹ ਕਿਰਨਾਂ ਵਾਂਗ ਹਨ। ਜਿੱਦਾਂ ਸੂਰਜ ਦੇ ਕਿਰਨਾਂ ਹੈਗੇ ਆ, ਜਿਹੜੇ ਸੂਰਜ ਦੇ ਕਿਰਨਾਂ ਹਨ ਉਹ ਬਚਨ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਦੇ ਰੂਪ ਹਨ। ਸੰਤ ਤਾਮ ਰਸ ਹੇਰ ਵਿਕਾਸੇ। ਜਦੋਂ ਫਿਰ ਸੂਰਜ ਪ੍ਰਕਾਸ਼ਮਾਨ ਹੋ ਜਾਂਦਾ, ਨਾਲ ਹੀ ਜੋ ਕਮਲ ਦੇ ਫੁੱਲ ਹਨ ਉਹ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤੇ ਇਸੇ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਹਨ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਣਗੇ, ਨਾਲ ਹੀ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਆਉਣਗੇ। ਗੰਭੀ ਸਮ ਉਲੂਕੂ ਦੁਖ ਭਾਰੀ। ਤੇ ਜਿਹੜਾ ਉੱਲੂ ਹੈ, ਪਖੰਡ ਰੂਪੀ ਉੱਲੂ, ਜਦੋਂ ਸੂਰਜ ਚੜ੍ਹਦਾ ਹੈ ਉਹਦੇ ਜਿਹੜੀ ਕਿਰਨਾਂ ਹੈ ਉਹਦੇ ਫਿਰ ਦੁੱਖ ਲੱਗਦੇ ਹਨ, ਤਾਂ ਹੀ ਕਰਕੇ ਉਹ ਵੀ ਲੁਕ ਜਾਂਦਾ ਹੈ, ਪਖੰਡ ਰੂਪੀ ਉੱਲੂ। ਕਿੰਕਰ ਕੋਕ ਭਏ ਸੁਖਿਆਰੀ। ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਾਸ ਹਨ, ਸਿੱਖ ਹਨ, ਉਹ ਬੜੇ ਫਿਰ ਸੁਖ ਮਾਣਦੇ ਹਨ, ਪ੍ਰਸੰਨ ਹੁੰਦੇ ਹਨ। ਆਤਪ ਭਗਤ ਜਗਤ ਪ੍ਰਕਾਸ਼ੀ। ਜਿਹੜਾ ਪ੍ਰੇਮਾ ਭਗਤੀ ਦਾ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਕਰਕੇ ਜਗਤ ਦੇ ਪ੍ਰਕਾਸ਼ ਕਰਦੇ ਹਨ, ਪ੍ਰਗਟਦੇ ਹਨ। ਨੀਂਦ ਅਵਿਦਿਆ ਸਿੱਖਨ ਨਾਸੀ। ਜਿਹੜੇ ਨੀਂਦ ਦੀ ਵਿਦਿਆ ਹੈ, ਨੀਂਦ ਰੂਪੀ ਵਿਦਿਆ ਜਿਹੜੀ ਹੈ ਉਹ ਸਿੱਖਾਂ ਵਿੱਚ ਨਾਸ ਹੁੰਦੀ ਹੈ ਜਦੋਂ ਸੂਰਜ ਪ੍ਰਕਾਸ਼ਮਾਨ ਹੁੰਦਾ। ਜਿਹੜੀ ਨੀਂਦ ਰੂਪੀ ਅਵਿਦਿਆ ਹੈ, ਗਿਆਨ ਨਾਮ ਮਹਿ ਨਰਬਰ ਜਾਗੇ। ਜਿਹੜੇ ਚੰਗੇ ਪੁਰਸ਼ ਹਨ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਗਿਆਨ ਹੈ ਉਹ ਫਿਰ ਜਾਗਣਗੇ। ਕਲਮਲ ਸੁਪਨਾ ਜਿਉ ਮਨ ਤਿਆਗੇ। ਇਹ ਜਿਹੜਾ ਕਲਯੁਗ ਰੂਪੀ ਇਹ ਸੁਪਨਾ ਹੈ, ਜੋ ਪਾਪ ਰੂਪੀ ਜੋ ਸੁਪਨਾ ਚੱਲ ਰਿਹਾ ਹੈ, ਧਰਮ ਤੁਰਤ ਤੀਰਜ ਕੇ ਹੇਤਾ। ਸੋ ਜਿਹੜਾ ਇਹ ਪਾਪ ਰੂਪੀ ਜਿਹੜਾ ਸੁਪਨਾ ਹੈ, ਕਲਯੁਗ ਰੂਪੀ ਸੁਪਨਾ ਹੈ, ਸਾਰੇ ਤਿਆਗ ਦਿੰਦੇ ਹਨ। ਸੋ ਧਰਮ ਤਰਤ ਤੀਰਜ ਕੇ ਹੇਤਾ। ਸੋ ਫਿਰ ਧਰਤੀ ਨੇ ਇਸ ਪ੍ਰਕਾਰ ਆਸਰਾ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਵਿੱਚ ਜੋ ਬੇਦੀਆਂ ਦੇ ਕੁਲ ਦੇ ਨਿਸ਼ਾਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਫਿਰ ਪ੍ਰਗਟ ਹੁੰਦੇ ਹਨ। ਤਾਂ ਇੱਥੇ ਹੁਣ ਜੋ ਕਥਾ ਦੇ ਪ੍ਰਸੰਗ ਹੈ ਇੱਥੇ ਸਮਾਪਤ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜੋ ਤੀਸਰਾ ਪ੍ਰਸੰਗ ਉਹ ਅੱਜ ਸਰਵਨ ਕੀਤਾ ਹੈ। ਤੇ ਅਗਲੇ ਹਫਤੇ ਹੁਣ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਕਾਸ਼ ਦੀ ਕਥਾ ਹੈ ਉਹ ਆਰੰਭ ਹੋਗੀ। ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਜੋ ਕਥਾ ਆਪ ਕਿਰਪਾ ਕਰਕੇ ਕਰਵਾ ਲੈਣ। ਕਥਾ ਕਰਦਿਆਂ ਸੁਣਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਆਪ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਫ ਕਰ ਦਿਓ, ਜਾਣ ਬੱਚਾ ਸਮਝ ਕਰਕੇ ਮਾਫ ਕਰ ਦਿਓ। ਕਿਰਪਾ ਕਰਕੇ ਜੋ ਅਸੀਸ ਬਖਸ਼ ਕਰਕੇ ਸੋ ਇਸ ਪ੍ਰਕਾਰ ਸੇਵਾ ਜੋ ਕਥਾ ਦੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ, ਮਹਾਰਾਜ ਆਪ ਕਿਰਪਾ ਕਰਕੇ ਸਹੀ ਢੰਗ ਨਾਲ ਜਸ ਕਰਵਾ ਲੈਣ। ਸੋ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਉਸਤਤ ਕਰਕੇ ਸਮਾਪਤ ਕਰ ਲਈਏ। ਇਹ ਲੇਖਾ ਕਤਹਿ ਨ ਛੂਟੀਆ ਕਿਨ ਕਿਨ ਪੂਰਨਹਾਰ ਬਖਸ਼ਨਹਾਰ ਬਖਸ਼ਦਾ ਨਾਨਕ ਪਾਰ ਉਤਾਰ। ਧਰਮ ਤਰਤ ਤੀਰਜ ਕੇ ਹੇਤਾ ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। हे अच्युत हे पार ब्रह्म अविनाशी अघनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निदान जाकै सदा विवेक। हे अपरंपर हर हरे हह बेहो बनहार। हे संतः क सदा संग निदारा आधार। हे ठाकुर हो दास रो मैं निर्गुण गुण नहीं कोई। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बसतो नानक होत निहाल। वाहिगुरु नाम जहाज है चढ़ै सोत रे पार। जो शरदा कर सेम दे गुरबार उतारन हार। वाहिगुरु नाम जहाज है चढ़ै सोत रे पार। जो शरदा कर सेम दे गुरबार उतारन हार। वाहिगुरू जी का खालसा